सत श्री अकाल दोस्तों हर बच्चे की इच्छा है कि मैं बाहर जाके पढ़ा, खास करके प्लस टू जो बच्चा कर लेंदा तो किसी ना किसी कंट्री च जान दा दिल होंदा कि मैं जाके पढ़ा। प्लस टू तो बाद जोड़े बच्चे ने वो कैनेडा जाके सैटल हो जाते हैं। काफ़ी कंट्रियां जाते हैं, अलग अलग कंट्री जाते हैं, पर ज़्यादा बच्चे की जी इच्छा कैनेडा जान दी है। पर ਜਿਹੜੇ ਬੱਚੇ ਗ੍ਰੈਜੂਏਸ਼ਨ ਕਰ ਲੈਂਦੇ ਨੇ, ਬੀਟੈਕ ਕਰ ਲੈਂਦੇ ਨੇ, ਉਹਨਾਂ ਨੂੰ ਥੋੜ੍ਹੀਆਂ ਮੁਸ਼ਕਲਾਂ ਵੱਧ ਜਾਂਦੀਆਂ ਨੇ, ਥੋੜ੍ਹੇ ਬੈਂਡ ਜ਼ਿਆਦਾ ਲਾਣੇ ਪੈਂਦੇ ਨੇ, ਜਾਂ ਸਮਝ ਨਹੀਂ ਆਉਂਦੀ ਕਿ ਮੈਂ ਕਿੱਥੇ ਜਾਵਾਂ, ਕਿਹੜੀ ਕੰਟਰੀ ਜਾਵਾਂ। ਇਹ ਸਾਰਾ ਕੁਝ ਡਿਸਕਸ ਕਰਨ ਵਾਸਤੇ ਅੱਜ ਆਪਾਂ ਆਪਣੇ ਸਟੂਡੀਓ 'ਚ ਇਨਵਾਈਟ ਕੀਤਾ ਐਡਵੋਕੇਟ ਸ਼੍ਰੀ ਕਮਲ ਕੁਮਾਰ ਭੁੰਮਲਾ ਜੀ, ਜਿਹੜੇ ਕਿ CEO ਨੇ BN ਓਵਰਸੀਜ਼ ਐਜੂਕੇਸ਼ਨ ਸਰਵਿਸਿਜ਼ ਦੇ। ਤੇ ਭੁੰਮਲਾ ਜੀ, ਤੁਹਾਡਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਸਟੂਡੀਓ ਦੇ ਵਿੱਚ ਜੀ। ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਕੋਸ਼ਿਸ਼ ਕਰਾਂਗੇ ਅੱਜ ਕੋਈ ਤੁਹਾਡੇ ਸਵਾਲ ਜਵਾਬ ਜਿਹੜੇ ਨੇ ਉਹ ਡਿਸਕਸ ਕਰਾਂਗੇ ਅਸੀਂ ਅੱਜ। ਉਹਨਾਂ ਜੀ, ਮੈਂ ਗੱਲ ਕਰ ਰਿਹਾ ਸੀਗਾ ਕਿ ਪਲੱਸ 2 ਤੋਂ ਬਾਅਦ ਬੱਚੇ ਜਿਹੜੇ ਨਾ ਐਸਟੈਬਲਿਸ਼ ਕਰ ਲੈਂਦੇ ਆਪਣੇ ਆਪ ਨੂੰ ਬਾਹਰ ਜਾ ਕੇ। ਗ੍ਰੈਜੂਏਸ਼ਨ ਤੋਂ ਬਾਅਦ ਬੜੇ ਬੱਚੇ, ਖਾਸ ਕਰਕੇ ਬੀਟੈਕ, ਜਿਹੜਾ ਬੀਟੈਕ ਬਹੁਤ ਵਧੀਆ ਕੁਆਲੀਫਿਕੇਸ਼ਨ ਆ, ਪਰ ਇੰਡੀਆ ਦੇ ਵਿੱਚ ਦੇਖਿਆ ਕਿ ਬੱਚਿਆਂ ਨੂੰ ਬਹੁਤ ਵਧੀਆ ਓਪਰਚੁਨਿਟੀਜ਼ ਨਹੀਂ ਮਿਲਦੀਆਂ, ਅੱਛੀਆਂ ਜੌਬਸ ਨਹੀਂ ਮਿਲਦੀਆਂ। ਕੁਛ ਬੱਚੇ ਨੇ ਜਿਹੜੇ ਆਪਣੇ ਘਰ ਤੋਂ ਬਾਹਰ ਬੈਂਗਲੌਰ ਚਲ ਜਾਂਦੇ ਨੇ ਜਾਂ ਕਿਤੇ ਬਾਹਰਲੇ ਸ਼ਹਿਰਾਂ 'ਚ ਜਾ ਕੇ ਪੜ੍ਹਦੇ, ਉਹਨਾਂ ਨੂੰ ਅੱਛੀਆਂ ਜੌਬਸ ਮਿਲ ਵੀ ਜਾਂਦੀਆਂ ਨੇ, ਪਰ ਫਿਰ ਵੀ ਘਰੋਂ ਤੋਂ ਬਾਹਰ ਜਾਣਾ ਹੀ ਪੈਂਦਾ ਉਹਨਾਂ ਨੂੰ। ਅਤੇ ਤੁਸੀਂ ਜਿੱਦਾਂ ਆਪਾਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ, ਤੁਸੀਂ ਕਹਿੰਦੇ ਸੀ ਕਿ ਬਹੁਤ ਵਧੀਆ ਬੱਚਿਆਂ ਵਾਸਤੇ ਇੱਕ ਚਾਂਸ ਆਇਆ, ਜਿਹੜਾ ਚਾਂਸ ਮਿਲ ਰਿਹਾ ਅਮਰੀਕਾ ਜਾਣ ਦਾ। ਉਹਦੇ ਬਾਰੇ ਦੱਸੋ ਕੀ ਹੈ ਜੀ ਬੀਟੈਕ ਦੇ ਬੱਚਿਆਂ ਵਾਸਤੇ ਖਾਸ ਕਰਕੇ? ਪਹਿਲਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ। ਬੀਟੈਕ ਕਰਕੇ ਇੰਡੀਆ 'ਚ ਬੱਚੇ ਨੂੰ, ਨਾਰਮਲ ਬੱਚੇ ਨੂੰ 15 ਤੋਂ 20 ਹਜ਼ਾਰ ਰੁਪਇਆ ਸੈਲਰੀ ਮਿਲਦੀ ਹੈ, ਜਿਹਦੀ ਉਹਦੀ 4 ਸਾਲ ਦੀ ਮਿਹਨਤ ਹੁੰਦੀ ਹੈ, 15-20 ਲੱਖ ਰੁਪਇਆ ਖਰਚਾ ਹੁੰਦਾ, ਪੇਰੈਂਟਸ ਦੀਆਂ ਬੜੀਆਂ ਉਮੀਦਾਂ ਹੁੰਦੀਆਂ ਨੇ। ਜਦੋਂ ਬਾਹਰ ਜਾਣ ਦੀ ਗੱਲ ਕਰਾਂ, ਜੇ ਮੈਂ ਕੈਨੇਡਾ ਜਾਂ USA ਦੀ ਗੱਲ ਕਰਾਂ, ਤਾਂ ਉਹਨਾਂ ਦੇ ਅੰਦਾਜ਼ੇ ਦੇ ਹਿਸਾਬ ਨਾਲ ਇੰਡੀਆ ਪੋਸਟ ਗ੍ਰੈਜੂਏਟ ਬੱਚਿਆਂ ਦੀ ਮਾਰਕੀਟ ਹੈ। ਇੰਡੀਆ ਤੋਂ ਪੋਸਟ ਗ੍ਰੈਜੂਏਟ ਬੱਚਾ ਜਾਵੇ ਤਾਂ ਉਹ ਜਲਦੀ ਇਸਟੈਬਲਿਸ਼ ਹੋ ਜਾਂਦਾ। ਹੁਣ ਸਾਡੇ ਕੋਲ ਬੱਚਾ ਆਉਂਦਾ ਜੀ, ਮੈਂ ਗ੍ਰੈਜੂਏਸ਼ਨ ਕਰ ਲਈ ਹੈ, ਮੈਨੂੰ ਮਾਸਟਰ ਪ੍ਰੋਗਰਾਮ ਦੀ ਲੋੜ ਹੈ। ਅਤੇ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਪੋਲਿਸੀ ਹੈ ਉਹਦੇ ਵਿੱਚ ਜ਼ਿਆਦਾਤਰ, ਜੇ ਅਸੀਂ ਕਿਸੇ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ ਤਾਂ ਫੀਸ ਬਹੁਤ ਜ਼ਿਆਦਾ ਮਾਸਟਰ ਪ੍ਰੋਗਰਾਮ ਵਾਸਤੇ, ਬੱਚਾ ਅਫੋਰਡ ਨਹੀਂ ਕਰ ਪਾਉਂਦਾ। ਉਹ ਕਹਿੰਦਾ ਜੀ ਮੈਂ 2 ਸਾਲ ਦਾ ਪ੍ਰੋਗਰਾਮ ਇੰਨਾ ਮਹਿੰਗਾ ਨਹੀਂ ਅਫੋਰਡ ਕਰ ਪਾਵਾਂਗਾ। ਅਤੇ ਫਿਰ ਉਹਨੂੰ ਕੀ ਕਰਦਾ, ਕੰਸਲਟੈਂਟ ਨੂੰ ਪੋਸਟ ਗ੍ਰੈਜੂਏਟ ਡਿਪਲੋਮਾ ਦੇ ਦਿੰਦਾ। ਪੋਸਟ ਗ੍ਰੈਜੂਏਟ ਡਿਪਲੋਮਾ 2 ਸਾਲ ਦਾ ਦੇ ਦਿੰਦਾ, 3 ਸਾਲ ਦਾ ਉਹਨੂੰ ਵਰਕ ਪਰਮਿਟ, ਫਿਰ ਉਹ ਸੈਟਲ ਹੋ ਜਾਂਦਾ। ਲੇਕਿਨ ਪਿਛਲੇ ਕੁਛ ਪੀਰੀਅਡ ਦੇ ਵਿੱਚ ਅਮਰੀਕਾ ਨੇ ਇੱਕ ਨਿਊ ਐਜੂਕੇਸ਼ਨ ਪੋਲਿਸੀ ਲੈ ਕੇ ਆਂਦੀ ਹੈ, ਜਿਹੜੀ ਕਿ ਸਪੈਸ਼ਲੀ ਇੰਡੀਅਨ ਸਟੂਡੈਂਟਸ ਵਾਸਤੇ ਹੈਗੀ ਆ। ਗੌਰਮੈਂਟ ਦੇ ਮੇਲ ਹੋਏ, ਸਾਡੇ ਪ੍ਰਾਈਮ ਮਿਨਿਸਟਰ ਉੱਥੇ ਗਏ। ਉਹ ਇੰਡੀਅਨ ਸਟੂਡੈਂਟ ਨੂੰ 1 ਸਾਲ ਦਾ ਪ੍ਰੋਗਰਾਮ ਦੇ ਕੇ ਉੱਥੋਂ ਦੀ ਇੰਡਸਟਰੀ ਵਿੱਚ ਸੈਟਲ ਕਰਨ ਦੀ ਕੋਸ਼ਿਸ਼ ਕਰਨਗੇ। ਮਤਲਬ ਪੋਲਿਸੀ ਫਾਈਨਲਾਈਜ਼ ਹੋਈ ਹੈ ਵੀ 2 ਸਾਲ ਦੀ ਮਾਸਟਰ ਨੂੰ ਉਹਨਾਂ ਨੇ 1 ਸਾਲ ਦੀ ਮਾਸਟਰ 'ਚ ਕਨਵਰਟ ਕਰ ਦਿੱਤਾ। 1 ਸਾਲ ਦੀ ਮਾਸਟਰ ਕਰਨ ਤੋਂ ਬਾਅਦ ਬੱਚਾ ਇਮੀਡੀਏਟਲੀ ਇੰਡਸਟਰੀ ਵਿੱਚ ਚਲਾ ਜਾਵੇਗਾ, ਉਹਨੂੰ 3 ਸਾਲ ਦਾ ਸਟੇ ਬੈਕ ਹੋ ਜਾਵੇਗਾ। ਇਹ ਪਹਿਲਾਂ ਕਦੇ ਇਹੋ ਜਿਹਾ ਨਹੀਂ ਸੀ। ਇੱਕ ਟੇਲਰ ਮੇਡ ਪ੍ਰੋਗਰਾਮ ਕੀਤਾ ਗਿਆ, ਜਿਹਦੇ ਵਿੱਚ 2-3 ਪ੍ਰੋਗਰਾਮ ਨੇ। ਉਹਦੇ ਵਿੱਚ ਇੱਕ ਇਨਫੋਰਮੇਸ਼ਨ ਟੈਕਨੋਲੋਜੀ ਦਾ ਪ੍ਰੋਗਰਾਮ ਹੈ, ਇੱਕ ਸਾਈਬਰ ਸਿਕਿਉਰਿਟੀ ਦਾ ਪ੍ਰੋਗਰਾਮ ਹੈਗਾ, ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸੀ ਦਾ ਪ੍ਰੋਗਰਾਮ ਹੈਗਾ। ਇਹ 3 ਪ੍ਰੋਗਰਾਮ 1 ਸਾਲ ਦੇ ਵਿੱਚ ਬੱਚਾ ਮਾਸਟਰ ਡਿਗਰੀ ਕੰਪਲੀਟ ਕਰ ਰਹੇਗਾ, ਇਮੀਡੀਏਟਲੀ ਉਹ ਇੰਡਸਟਰੀ ਦੇ ਵਿੱਚ ਇੰਡਲਜ ਹੋ ਜਾਏਗਾ। ਉੱਥੋਂ ਦੀਆਂ ਕੁਛ ਯੂਨੀਵਰਸਿਟੀਆਂ ਨੇ ਟਾਈ ਅਪ ਕੀਤਾ ਇੰਡੀਆ ਦੇ ਨਾਲ, ਇੰਡੀਆ ਦੇ ਕੁਛ ਬੱਚਿਆਂ ਨੂੰ ਉਹ ਲੈਣਗੇ। ਕੁਛ ਦੀ ਗੱਲ ਨਹੀਂ ਕਰਾਂਗਾ, ਜਿਹੜੀ ਨਵੀਂ ਪਾਲਿਸੀ ਆਈ ਹੈ ਜੀ, ਉਹਦੇ ਵਿੱਚ ਜੇ 2023 ਦੇ ਵਿੱਚ ਉਹਨਾਂ ਨੇ 10 ਲੱਖ ਬੱਚਿਆਂ ਨੂੰ ਸਟੂਡੈਂਟ ਵੀਜ਼ਾ ਦੇਣਾ ਸੀਗਾ, ਤਾਂ 2024 ਦੇ ਵਿੱਚ 12 ਲੱਖ ਦੀ ਸਟਰੈਂਥ ਹੋ ਗਈ ਆ। ਲੋਕ ਡਰਦੇ ਨੇ ਕਿ ਵੀਜ਼ਾ ਨਹੀਂ ਹੋਣਾ ਜੀ, ਰਿਫਿਊਜ਼ ਹੋ ਜਾਣਾ। ਮੈਂ ਲੋਕੀ ਇਲੀਗਲ ਤਰੀਕਿਆਂ ਦੇ ਨਾਲ ਅਮਰੀਕਾ ਜਾਣ ਦੀ ਗੱਲ ਕਰਦੇ ਆ। ਜੇ ਮੈਂ ਤੁਹਾਡੇ ਨਾਲ ਅਮਰੀਕਾ ਦੀ ਗੱਲ ਕਰਾਂ ਤਾਂ ਹਿੰਦੁਸਤਾਨ ਨਾਲੋਂ 3 ਗੁਣਾ ਘੱਟ ਉਹਦੀ ਆਬਾਦੀ ਹੈ। 34-35 ਕਰੋੜ ਆਬਾਦੀ ਹੈ, ਹਿੰਦੁਸਤਾਨ ਦੀ 140 ਕਰੋੜ ਆਬਾਦੀ ਹੈ। ਇੰਡੀਆ ਨਾਲੋਂ 3 ਗੁਣਾ ਵੱਡਾ ਮੁਲਕ ਹੈਗਾ ਵਾ। ਫਿਰ ਅਮਰੀਕਾ, ਜਦੋਂ ਤੁਸੀਂ ਅਮਰੀਕਾ ਦੀ ਗੱਲ ਕਰਦੇ ਹੋ, ਇਟਸ ਲੈਂਡ ਆਫ ਓਪਰਚੁਨਿਟੀਜ਼। ਮਤਲਬ ਕੈਨੇਡਾ 'ਚ ਵੀ ਚਲੇ ਜਾਂਦਾ ਬੱਚਾ, ਫਿਰ ਵੀ ਸੋਚਦਾ ਜੀ ਮੈਂ USA ਮੂਵ ਕਰਾਂ। ਮੈਂ ਬਹੁਤ ਸਾਰੇ ਇਹੋ ਜਿਹੇ ਬੱਚਿਆਂ ਨੂੰ ਜਾਣਦਾ ਜਿਨ੍ਹਾਂ ਨੇ ਕੈਨੇਡਾ 'ਚ ਰਹਿੰਦੇ ਨੇ, PR ਕੈਨੇਡਾ 'ਚ ਹੋ ਗਏ, ਜੋਬ ਕਰਨ ਵਾਸਤੇ ਅਮਰੀਕਾ 'ਚ ਜਾਂਦੇ ਨੇ। ਇਹ ਬਹੁਤ ਅੱਛਾ ਸਕੋਪ ਹੈਗਾ ਵਾ ਇੰਡੀਅਨ ਸਟੂਡੈਂਟ ਵਾਸਤੇ, BTech ਵਾਲਿਆਂ ਵਾਸਤੇ, BSc IT ਵਾਲਿਆਂ ਵਾਸਤੇ, BCA ਵਾਲਿਆਂ ਵਾਸਤੇ, MCA ਵਾਲਿਆਂ ਵਾਸਤੇ। ਇਹ ਇੱਕ ਬੱਚਾ ਅੱਛਾ ਸਕੋਪ ਹੈਗਾ ਜੀ। ਅੱਛਾ ਭੁੰਮਲਾ ਜੀ, ਮੈਂ ਸਮਝਦਾ ਸੀ ਸਿਰਫ ਇਹ ਬੀਟੈਕ ਵਾਸਤੇ ਜਿਹੜਾ ਇਹ ਪ੍ਰੋਗਰਾਮ ਆਇਆ, ਮਤਲਬ BSc ਹੋਰ ਕਿਹੜੇ ਕਿਹੜੇ ਦੱਸਿਆ ਤੁਸੀਂ? BSc IT ਵਾਲਾ, BCA ਵਾਲਾ,
MCA ਵਾਲਾ ਮਤਲਬ ਜਿਹੜੇ ਕੰਪਿਊਟਰ ਰਿਲੇਟਡ ਪ੍ਰੋਗਰਾਮ ਵਾਲੇ ਨੇ। ਮੈਂ ਤੁਹਾਡੇ ਨਾਲ ਇੱਕ ਇਨਫੋਰਮੇਸ਼ਨ ਸ਼ੇਅਰ ਕਰਦਾ, ਮੇਰੇ ਦਿਮਾਗ 'ਚ ਪਹਿਲਾਂ ਹੁੰਦਾ ਸੀ ਜਿਹੜੇ BCA ਤੇ MCA ਕੋਈ ਜ਼ਿਆਦਾ ਵਧੀਆ ਡਿਗਰੀਆਂ ਨਹੀਂ ਹੈਗੀਆਂ, ਅਤੇ ਜਦੋਂ ਮੈਨੂੰ ਅਮਰੀਕਾ ਜਾ ਕੇ ਉੱਥੋਂ ਦੀਆਂ ਜਿਹੜੀਆਂ IT ਇੰਡਸਟਰੀ 'ਚ ਜਾਣ ਦਾ ਮੌਕਾ ਮਿਲਦਾ ਤਾਂ ਉੱਥੇ ਜਾ ਕੇ ਦੇਖਦਾ ਕਿ BCA ਜਾਂ MCA ਵਾਲੇ ਜਿਹੜੇ ਬੱਚੇ ਨੇ ਉੱਥੋਂ ਜਾ ਕੇ ਥੋੜ੍ਹੀ ਬਹੁਤੀ ਐਜੂਕੇਸ਼ਨ ਲੈਣ ਤੋਂ ਬਾਅਦ ਉਹਦਾ ਮਾਸਟਰ ਬਣੇ ਹੁੰਦੇ ਨੇ, ਉਹ ਤਾਂ ਡਾਕਟਰ ਬਣੇ ਹੁੰਦੇ ਨੇ, ਉਹਨਾਂ ਦਾ ਜਿਹੜਾ ਪੇ ਸਕੇਲ ਹੈ ਉਹ ਬਹੁਤ ਹਾਈ ਹੁੰਦਾ ਵਾ, ਅਤੇ ਉਹਨਾਂ ਨੂੰ ਇਹ ਪਤਾ ਕਿ ਇੰਡੀਆ ਦੇ ਵਿੱਚ ਬਹੁਤ ਅੱਛਾ ਪੋਟੈਂਸ਼ੀਅਲ ਹੈ, ਇੰਟੈਲੀਜੈਂਟ ਬੱਚਾ ਹੈਗਾ ਵੈ, ਉਹਨੂੰ ਓਪਰਚੁਨਿਟੀ ਨਹੀਂ ਮਿਲਦੀ। ਇਸ ਕਰਕੇ USA ਨੇ ਸੋਚ ਲਿਆ ਕਿ ਦੋਨਾਂ ਕੰਟਰੀਆਂ ਦੇ ਵਿੱਚ ਫਾਇਦਾ ਹੋਊਗਾ। ਸਾਡੇ ਬੱਚੇ ਤਿਆਰ ਹੋਏ ਨੇ, ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਉਹਨਾਂ ਨੂੰ 1 ਸਾਲ ਲਾ ਕੇ ਉਹਨਾਂ ਨੂੰ ਲੋਕਾਂ ਦੀ ਜ਼ਰੂਰਤ ਹੈਗੀ ਆ, ਉਹ ਇੰਡਸਟਰੀ ਦੇ ਵਿੱਚ ਇੰਡਲਜ ਹੋ ਜਾਣਗੇ। ਹੁਣ ਸਾਡੇ ਜਿਹੜੇ ਖਾਸ ਕਰਕੇ ਪੰਜਾਬ ਦੇ ਵਿੱਚ ਲੋਕਾਂ ਦੀ ਖਿੱਚ ਜ਼ਿਆਦਾ ਕੈਨੇਡਾ ਵੱਲ ਹੈ, ਕਿਉਂਕਿ ਬਹੁਤ ਬੱਚੇ ਉੱਧਰ ਚਲੇ ਗਏ ਨੇ, ਰਿਸ਼ਤੇਦਾਰ ਉੱਧਰ ਨੇ। ਅਮਰੀਕਾ ਵੱਲ ਥੋੜ੍ਹਾ ਜਿਹਾ ਬੱਚਾ ਸੋਚਦਾ ਕਿੱਦਾਂ ਮੈਂ ਜਾਊਂਗਾ, ਕਿੱਦਾਂ ਸੈਟਲ ਹੋਊਂਗਾ। ਤੁਹਾਡੇ ਹਿਸਾਬ ਨਾਲ ਅਮਰੀਕਾ 'ਚ ਰਹਿਣਾ ਅਤੇ ਕੈਨੇਡਾ ਦੇ ਵਿੱਚ ਰਹਿਣਾ ਬੈਟਰ ਕੀ ਹੈ, ਕੀ ਇਹਨਾਂ ਫਰਕ ਕੀ ਹੈ ਜੀ? ਪਹਿਲੀ ਗੱਲ ਤੁਸੀਂ ਕਹਿੰਦੇ ਹੋ ਖਿੱਚ ਸਾਡੀ ਵੀ ਅਮਰੀਕਾ ਦੀ ਹੋਈ ਹੈਗੀ ਹੈ, ਪੰਜਾਬ ਦੇ ਲੋਕਾਂ ਦੀ ਉਹ ਉਲਟੇ ਤਰੀਕੇ ਦੀ ਹੈ। ਉਹ ਕੀ ਸੋਚਦੇ ਬਈ ਡੋਂਕੀ ਲਾ ਕੇ ਚਲੇ ਜਾਵਾਂਗੇ ਜੀ, ਮੈਕਸੀਕੋ ਤੋਂ ਬਾਰਡਰ ਕ੍ਰੋਸ ਕਰਕੇ ਚਲੇ ਜਾਵਾਂਗੇ। ਮੈਂ ਅੱਜ ਲੋਕਾਂ ਨਾਲ ਇਹ ਗੱਲ ਸ਼ੇਅਰ ਕਰਨੀ ਚਾਹੁੰਦਾ ਵਾਂ ਵੀ ਤੁਹਾਡੇ 1-1 2-2 ਬੱਚੇ ਹੈਗੇ ਨੇ, ਤੁਸੀਂ ਕਾਨੂੰਨੀ ਤੌਰ 'ਤੇ ਬਾਹਰ ਜਾ ਸਕਦੇ ਹੋ, ਕਾਨੂੰਨ ਤੁਹਾਨੂੰ ਅਲਾਓ ਕਰਦਾ ਵਾ, ਇੰਡੀਆ ਗੌਰਮੈਂਟ ਅਲਾਓ ਕਰਦੀ ਹੈ, ਅਮਰੀਕਾ ਦੀ ਗੌਰਮੈਂਟ ਤੁਹਾਨੂੰ ਲੈਣ ਵਾਸਤੇ ਤਿਆਰ ਹੈਗੀ, ਫਿਰ ਕਿਉਂ ਨਹੀਂ ਉਹ ਕਾਨੂੰਨੀ ਰਸਤਾ ਤੁਸੀਂ ਅਪਣਾਉਂਦੇ? ਵਧੀਆ, ਦੋਨੋਂ ਮੁਲਕ ਬਹੁਤ ਵਧੀਆ ਹੈਗੇ ਨੇ, ਪਰ ਜਦੋਂ ਦੋਨਾਂ ਦਾ ਕੰਪੈਰੀਜ਼ਨ ਕਰਦੇ ਹੋ ਅਤੇ ਮੈਂ ਇੱਕ ਗੱਲ ਕਰਦਾ ਹੁੰਦਾ ਵੀ ਅਮਰੀਕਾ ਥੋੜ੍ਹਾ ਜਿਹਾ ਧੌਂਸ ਵਾਲਾ ਕੰਟਰੀ ਹੈਗਾ ਵਾ, ਜਿਹੜਾ ਆਪਣੇ ਜ਼ੋਰ, ਕਿਉਂਕਿ ਉਹਨਾਂ ਕੋਲ ਬਹੁਤ ਸਾਰੇ ਰਿਸੋਰਸਿਸ ਹੈਗੇ ਨੇ, ਇਨਕਮ ਦੇ ਸੋਰਸਿਸ ਬਹੁਤ ਅੱਛੇ ਹੈਗੇ ਨੇ, ਬੇਸਿਸ ਬਹੁਤ ਅੱਛੀਆਂ ਹੈਗੀਆਂ ਨੇ। ਇਸ ਕਰਕੇ ਕੈਨੇਡਾ ਦੇ ਕੰਪੈਰੇਟਿਵਲੀ ਬਹੁਤ ਵਧੀਆ ਮੁਲਕ ਹੈ। ਰੀਜ਼ਨ ਵੀ ਕਿ ਉੱਥੋਂ ਦੀ ਇਮੀਗ੍ਰੇਸ਼ਨ ਪੋਲਿਸੀ ਇੰਨੀ ਚੰਗੀ ਨਹੀਂ ਜਿੰਨੀ ਕੈਨੇਡਾ ਦੀ ਹੈਗੀ ਹੈ। ਪਰ ਜਿਹੜੀ ਇਹ ਨਵੀਂ ਪੋਲਿਸੀ ਆਈ ਹੈ, ਨਿਊ ਐਜੂਕੇਸ਼ਨ ਪੋਲਿਸੀ ਆਈ ਹੈ, ਇਹਦੇ ਅਕੋਰਡਿੰਗਲੀ ਮੈਨੂੰ ਜੋ ਲੱਗਦਾ ਹੈ ਕਿ ਜਦੋਂ ਬੱਚੇ ਨੂੰ 1 ਸਾਲ ਦੀ ਉਹਨਾਂ ਨੇ ਐਜੂਕੇਸ਼ਨ ਦੇ ਦਿੱਤੀ, 3 ਸਾਲ ਉਸ ਬੱਚੇ ਨੂੰ ਇੰਡਸਟਰੀ ਦੇ ਵਿੱਚ ਲਾ ਲਿਆ, ਉਹ ਉਹਨਾਂ ਵਾਸਤੇ ਇੱਕ ਕਮਾਊ ਪੁੱਤ ਬਣ ਗਿਆ, ਪੜ੍ਹਿਆ ਲਿਖਿਆ, ਉਸ ਕਲਚਰ ਦੇ ਵਿੱਚ ਉਹ ਸੈਟਲ ਹੋ ਗਿਆ, ਫਿਰ ਉਹਨੂੰ ਗ੍ਰੀਨ ਕਾਰਡ ਜਾਂ ਹੋਰ ਕੋਈ ਨਾ ਕੋਈ ਪ੍ਰੋਵੀਜ਼ਨ ਜ਼ਰੂਰ ਦੇਣਗੇ। ਲੌਂਗ ਟਰਮ ਪੋਲਿਸੀ ਓਵਰਆਲ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ, ਮੇਰੇ ਦੋਸਤ ਨੇ, ਬਹੁਤ ਬਿਜ਼ਨਸ ਨੇ ਉਹਨਾਂ ਕੋਲ ਮੈਨ ਪਾਵਰ ਹੈ ਨਹੀਂ ਗੇ। ਜੇ ਇੱਕ ਬੰਦੇ ਨੇ 10 ਗੈਸ ਸਟੇਸ਼ਨ ਲਾਏ, ਉਹ ਕਹਿੰਦਾ 20 ਗੈਸ ਸਟੇਸ਼ਨ ਲਾਉਣ ਦੀ ਕਪੈਸਿਟੀ ਰੱਖਦਾ ਵਾਂ, ਪਰ ਜੇ ਮੇਰੇ ਕੋਲ ਮੈਨ ਪਾਵਰ ਹੋਵੇ, ਜਦੋਂ ਇਹੋ ਜਿਹੀ ਮੈਨ ਪਾਵਰ IT ਇੰਡਸਟਰੀ ਨੂੰ ਮਿਲ ਜਾਣੀ ਹੈ, ਬਾਕੀ ਦੇ ਜਿੰਨੇ ਵੀ ਹੋਰ ਰਿਸੋਰਸਿਸ ਹੈਗੇ ਉਹਨੂੰ ਮਿਲ ਜਾਣੀ ਹੈ, ਫਿਰ ਉਹ ਵੈਲਕਮ ਕਰਨਗੇ। ਇਹ ਦਿਮਾਗ 'ਚੋਂ ਕੱਢੋ ਪਹਿਲਾਂ ਤਾਂ ਵੀ ਅਸੀਂ ਬਾਰਡਰ ਕ੍ਰੋਸ ਕਰਕੇ ਹੀ ਜਾਣਾ। ਪੜ੍ਹੇ ਲਿਖੇ ਬੱਚਿਆਂ ਨੂੰ ਵੀ ਮੈਂ ਜਾਣਦਾ, 2 ਵਾਰ ਕਿਤੇ ਵੀਜ਼ਾ ਰਿਫਿਊਜ਼ ਹੋ ਗਿਆ, ਫਿਰ ਉਹ ਜਾ ਕੇ ਬਾਰਡਰ ਕ੍ਰੋਸ ਕਰਕੇ ਚਲੇ ਜਾਂਦੇ ਨੇ। ਮੇਰੇ ਕੋਲ ਕਿ ਇਹੋ ਜਿਹੀ ਐਗਜ਼ਾਮਪਲ ਹੈ, ਮੈਂ ਨਿਊਯਾਰਕ ਗਿਆ, ਇੱਕ ਮੁੰਡਾ ਮੈਨੂੰ ਉੱਥੇ ਮਿਲਿਆ, ਮੈਨੂੰ ਕਹਿੰਦਾ ਜੀ ਮੇਰਾ 29 ਵਾਰ ਵੀਜ਼ਾ ਰਿਫਿਊਜ਼ ਹੋ ਗਿਆ ਸੀ, ਮੈਂ 30 ਵਾਰੀ ਇੱਥੇ ਆ ਕੇ ਬੈਠਾ ਵਾਂ। ਮੈਨੂੰ ਸੈਲੂਟ ਕੀਤਾ, ਮੈਂ ਕਿਹਾ ਯਾਰ ਤੇਰੀ ਪੇਸ਼ੈਂਸ ਦਾ ਲੈਵਲ ਕਿੰਨਾ ਵਧੀਆ ਹੈਗਾ। ਇਸ ਕਰਕੇ ਇਹ ਬਿਲਕੁਲ ਡਰਨ ਦੀ ਲੋੜ ਨਹੀਂ ਕਿ ਵੀਜ਼ਾ ਤੁਹਾਡਾ ਰਿਫਿਊਜ਼ ਹੋ ਗਿਆ ਦੁਬਾਰਾ ਨਹੀਂ ਹੋ ਸਕਦਾ। ਕੋਸ਼ਿਸ਼ ਕਰੋ ਪਹਿਲੀ ਵਾਰੀ ਵੀਜ਼ਾ ਜਿਹੜੀਆਂ ਟਰਮ ਕੰਡੀਸ਼ਨਸ ਉਹਨਾਂ ਨੇ ਮੰਗੀਆਂ ਨੇ ਉਹਦੇ ਅਕੋਰਡਿੰਗਲੀ ਅਪਲਾਈ ਕਰੋ, ਅਤੇ ਅਮਰੀਕਾ ਦਾ ਵੀਜ਼ਾ ਲੈਣ 'ਚ ਵੀ ਸੁਖਾੜਾ ਹੈ। ਅਤੇ ਜਦੋਂ ਮੈਂ 96 ਵਿੱਚ ਸ਼ੁਰੂ ਕੀਤਾ ਸੀਗਾ, ਉਦੋਂ ਅਸੀਂ ਆਸਟ੍ਰੇਲੀਆ ਨੂੰ ਪ੍ਰਮੋਟ ਕਰਦਾ ਸੀ। ਉਸ ਟਾਈਮ ਵੀ ਮੇਰੇ ਦਿਮਾਗ ਵਿੱਚ ਇਹ ਸੀ ਕਿ ਮੈਂ ਇੰਡੀਆ ਦੇ ਖਾਸ ਕਰਕੇ ਨਾਰਥ ਇੰਡੀਆ ਦੇ ਬੱਚਿਆਂ ਨੂੰ ਅਮਰੀਕਾ ਹੀ ਭੇਜਾਂਗਾ, ਔਰ ਉਹ ਸੁਪਨਾ ਸੱਚ ਹੁੰਦਾ ਦਿਖ ਰਿਹਾ ਮੈਨੂੰ ਜੀ। ਪੂਨਾ ਜੀ, ਜਿੱਦਾਂ ਹੁਣ ਕੈਨੇਡਾ ਦੇ ਵਿੱਚ ਸੁਣਨ ਨੂੰ ਆ ਰਿਹਾ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ, ਉੱਥੇ ਬਹੁਤ ਬੱਚੇ ਜਿਹੜੇ ਪਹੁੰਚ ਗਏ ਨੇ, ਬਹੁਤ ਜ਼ਿਆਦਾ ਮਤਲਬ ਕਿ ਰਸ਼ ਪੈ ਗਿਆ ਉੱਥੇ ਸਾਡੇ ਪੰਜਾਬੀਆਂ ਦਾ। ਉਹ ਲੱਗਦਾ ਹੀ ਪੰਜਾਬ ਅਸੀਂ ਵੀ ਜਾ ਕੇ ਆਏ, ਖਾਸ ਕਰਕੇ ਬਰੰਪਟਨ, ਟੋਰਾਂਟੋ ਅਤੇ ਇੱਧਰ ਕੈਲਗਰੀ ਅਤੇ ਸਾਰੇ ਪਾਸੇ ਜਿੱਥੇ ਵੀ ਗਏ ਹਾਂ, ਹਰ ਪਾਸੇ ਪੰਜਾਬੀ ਨਜ਼ਰ ਆਉਂਦੇ ਨੇ, ਪਰ ਕੰਮ ਨਹੀਂ ਮਿਲ ਰਿਹਾ ਉਹਨਾਂ ਨੂੰ, ਬੱਚਿਆਂ ਨੂੰ ਉੱਥੇ ਰਿਸੈਸ਼ਨ ਹੈ। ਅਤੇ ਅਮਰੀਕਾ ਦੇ ਵਿੱਚ ਕੀ ਵਿਸ਼ਨ ਹੈ ਇਸ ਟਾਈਮ, ਕੰਮ ਮਿਲ ਰਿਹਾ? ਬਿਲਕੁਲ ਜੀ, ਬਹੁਤ ਅੱਛਾ ਕੰਮ ਮਿਲ ਰਿਹਾ। ਕਿਸੇ ਨਾਲ ਵੀ ਗੱਲ ਕਰਕੇ ਦੇਖਦੇ ਹਾਂ, ਸਟੂਡੈਂਟ ਨੂੰ ਭੇਜਦੇ ਆ, ਤੀਜੇ ਦਿਨ ਉਹ ਕੰਮ 'ਤੇ ਲੱਗਿਆ ਹੁੰਦਾ ਵੈ, ਉਹਦੇ ਕੰਪੈਰੇਟਿਵ ਬਹੁਤ ਅੱਛੇ ਪੈਸੇ ਕਮਾਉਂਦਾ ਵੈ। ਮੈਂ ਇੱਥੇ ਕੈਨੇਡਾ ਨੂੰ ਨੈਗੇਟਿਵ ਨਹੀਂ ਕਰਦਾ, ਤੁਹਾਡੀ ਗੱਲ ਦਾ ਮੈਂ ਜਵਾਬ ਦੇਣ ਲੱਗਿਆ ਵਾਂ। ਲਾਸਟ ਈਅਰ 2022 ਦੇ ਵਿੱਚ ਉੱਥੇ 8 ਲੱਖ ਸਟੂਡੈਂਟ ਵੀਜ਼ਾ 'ਤੇ ਬੱਚਾ ਸੀਗਾ, ਉਹਦੇ ਵਿੱਚੋਂ 5 ਲੱਖ 2022 'ਚ ਹੀ ਉਹਨੂੰ ਵੀਜ਼ਾ ਮਿਲਿਆ, 2,26,000 ਇੰਡੀਆ ਤੋਂ ਗਿਆ ਹੈਗਾ। 8 ਲੱਖ ਦੇ ਵਿੱਚੋਂ ਜੇ ਸਰ 10,000 ਬੱਚੇ ਨੂੰ ਕੰਮ ਨਹੀਂ ਮਿਲਿਆ ਤਾਂ 7,90,000 ਬੱਚਿਆਂ ਨੂੰ ਤਾਂ ਕੰਮ ਮਿਲਿਆ ਹੋਇਆ ਵਾ ਨਾ। ਇਹ ਥੋੜ੍ਹੀ ਜਿਹੀ ਨੈਗੇਟਿਵ ਮਾਰਕੀਟਿੰਗ ਹੋ ਰਹੀ ਹੈ। ਫਿਰ ਦੂਸਰਾ, ਕੈਨੇਡਾ ਵੀ ਐਡਾ ਵੱਡਾ ਮੁਲਕ ਹੈਗਾ ਵਾ, ਬਹੁਤ ਸਾਰੀਆਂ ਜੋਬ ਓਪਰਚੁਨਿਟੀਜ਼ ਹੈਗੀਆਂ, 6 ਟਾਈਮਸ ਬਿਗਰ ਦੈਨ ਇੰਡੀਆ ਹੈਗਾ ਵਾ। ਲੋਕ ਕੀ ਕਰਦੇ ਜੀ, ਟੋਰਾਂਟੋ ਭੇਜ ਦਿਓ ਜਾਂ ਵੈਨਕੂਵਰ ਭੇਜ ਦਿਓ, ਉੱਥੋਂ ਪਰੇ
ਨਾ ਤਾਂ ਕਿਸੇ ਕੰਸਲਟੈਂਟ ਨੇ ਕੈਨੇਡਾ ਨੂੰ ਜ਼ਿਆਦਾ ਦੇਖਿਆ ਹੈਗਾ, ਨਾ ਬੱਚਿਆਂ ਦੇ ਪੇਰੈਂਟਸ ਨੂੰ ਅਵੇਅਰਨੈਸ ਹੈਗੀ ਹੈ। ਮੈਂ ਖੁਦ ਕੈਨੇਡਾ ਨੂੰ ਇੰਨਾ ਕੁ ਟਰੈਵਲ ਕੀਤਾ, ਬਾਈ ਰੋਡ, ਬਾਈ ਪਲੇਨ, ਬਾਈ ਟ੍ਰੇਨ, ਬਾਈ ਕਾਰ, ਹਰ ਤਰੀਕੇ ਨਾਲ ਮੈਨੂੰ ਪਤਾ ਇਹ ਕੰਟਰੀ ਬਹੁਤ ਵੱਡਾ। ਸਿਮਿਲਰਲੀ ਅਮਰੀਕਾ ਬਹੁਤ ਵੱਡਾ ਕੰਟਰੀ ਹੈਗਾ ਵੈ, ਵੇਜਸ ਬਹੁਤ ਜ਼ਿਆਦਾ ਨੇ, ਲੋਕੀ PR ਹੋ ਕੇ ਕੈਨੇਡਾ ਦੇ ਵਿੱਚੋਂ ਵੀ ਅਮਰੀਕਾ ਜਾ ਕੇ ਜੋਬ ਕਰਦੇ ਨੇ। ਇਟਸ ਲੈਂਡ ਆਫ ਓਪਰਚੁਨਿਟੀਜ਼, ਬਹੁਤ ਅੱਛੇ ਮੌਕੇ ਨੇ। ਔਰ ਜਿਹੜੀ ਆ ਨਵੀਂ ਐਜੂਕੇਸ਼ਨ ਪੋਲਿਸੀ ਤੁਹਾਡੇ ਨਾਲ ਗੱਲ ਕਰ ਰਿਹਾ ਵਾਂ, ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਵਧੀਆ ਪੋਲਿਸੀ ਹੈ ਔਰ 1 ਸਾਲ ਦੇ ਵਿੱਚ ਮੈਂ ਲੋਕਾਂ ਨੂੰ ਬਸ ਇੰਨੀ ਕੀ ਗੱਲ ਕਹਿਣਾ ਚਾਹੁੰਦਾ, ਤੁਸੀਂ ਕਾਨੂੰਨੀ ਤਰੀਕਾ ਅਪਣਾਓ, ਤੁਹਾਡੇ ਵਾਸਤੇ ਬਹੁਤ ਕੁਛ ਹੈਗਾ ਜੀ। ਹੁਣ ਜਿਹੜੇ ਬੱਚੇ ਦਾ ਗੈਪ ਹੈ ਜੀ, ਕਿਉਂਕਿ ਬੀਟੈਕ ਦੇ ਵਿੱਚ ਕਈ ਬੱਚੇ ਇੱਥੇ ਜੌਬ ਕਰਨ ਲੱਗ ਗਏ ਨੇ, ਉਹਨਾਂ ਦਾ ਦਿਲ ਕਰਦਾ ਜਾਣ ਤੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? 2-3 ਸਾਲ ਦਾ ਗੈਪ ਹੈ, ਜੌਬ ਕਰ ਲਈ ਹੋਈ ਹੈ, ਉਹਨਾਂ ਦਾ ਕੋਈ ਸਕੋਪ ਹੈਗਾ ਇੱਧਰ ਜਾਣ ਦਾ? ਬਹੁਤ ਅੱਛਾ ਜੀ। 5-6 ਸਾਲ ਤੱਕ ਦਾ ਵੀ ਤੁਹਾਡਾ ਗੈਪ ਹੈਗਾ, ਯੂ ਹੈਵ ਟੂ ਜਸਟੀਫਾਈ ਕਿ ਮੇਰਾ ਮੈਂ ਗੈਪ ਦੇ ਵਿੱਚ ਕੀ ਕਰਦੇ ਹਾਂ। ਉਹ ਤਾਂ ਚਾਹੁੰਦੇ ਨੇ, ਜਦੋਂ ਅਸੀਂ MBA ਵਾਸਤੇ ਕਿਸੇ ਬੱਚੇ ਨੂੰ ਭੇਜਦੇ ਹਾਂ ਤਾਂ ਉਹ ਕਹਿੰਦੇ ਤਾਂ ਸਾਲ 2 ਸਾਲ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ। ਸਟੱਡੀ ਦੇ ਵਿੱਚ ਉਹ ਕੁਛ ਉਹ ਨਹੀਂ ਸਿੱਖ ਸਕਦਾ ਜੋ ਪ੍ਰੈਕਟੀਕਲੀ ਕੰਮ ਕਰਕੇ ਸਿੱਖ ਸਕਦਾ ਵੈ। ਦੁਬਾਰਾ ਤੁਹਾਡੇ ਗੈਪ ਗੱਲ ਨੂੰ ਮੈਂ ਇਸ ਤਰ੍ਹਾਂ ਦਾ ਗੱਲ ਕਰਦਾ ਵੀ ਜਦੋਂ ਕੰਮ ਕਰ ਲਿਆ, ਉਹਨੇ ਪ੍ਰੈਕਟੀਕਲੀ ਕੰਮ ਕਰ ਲਿਆ, ਪੜ੍ਹਾਈ ਕਰ ਲਈ, ਫਿਰ ਤਾਂ ਉਹ ਬਹੁਤ ਵਧੀਆ ਸਟੂਡੈਂਟ ਹੋ ਗਿਆ। ਫਿਰ ਤਾਂ ਉਹ ਸਟੱਡੀ ਹੋਰ ਵੀ ਅੱਛੇ ਤਰੀਕੇ ਨਾਲ ਕਰੂਗਾ। ਉਹਨੂੰ ਪਤਾ ਕਿ ਮੈਨੂੰ ਪੜ੍ਹਾਈ ਦੇ ਵਿੱਚ ਆਹ ਕਮੀਆਂ ਰਹਿ ਗਈਆਂ ਸੀ, ਜਦੋਂ ਮੈਂ ਜੌਬ ਕੀਤੀ ਮੈਨੂੰ ਆਹ ਕਮੀਆਂ ਮੈਨੂੰ ਨਹੀਂ ਪਤਾ ਲੱਗੀਆਂ, ਅੱਗੇ ਉਹ ਵਧੀਆ ਹੋਊਗਾ। ਵੀਜ਼ਾ ਅਫਸਰ ਤਾਂ ਉਹਨੂੰ ਬਹੁਤ ਪੋਜ਼ਿਟਿਵ ਪ੍ਰੋਫਾਈਲ ਦੇਖਦਾ ਵੇ ਜੋ ਜਸਟੀਫਾਈਡ ਗੈਪ ਹੈ। ਇਹ ਨਹੀਂ ਕੋਈ ਵਿਹਲਾ ਬੈਠਾ ਰਿਹਾ ਨਾ, ਉਹਨੂੰ ਮੈਂ ਕੁਝ ਨਹੀਂ ਕਹਿੰਦਾ। ਜਿਨ੍ਹਾਂ ਨੇ ਕੋਈ ਜੌਬ ਕੀਤੀ ਹੈ, ਕੰਮ ਕੀਤਾ, ਆਪਣਾ ਬਿਜ਼ਨਸ ਕੀਤਾ ਹੈਗਾ, ਉਹ ਸਾਰੇ ਲੋਕ ਇਸ ਕੈਟਾਗਰੀ ਅੰਡਰ ਐਲੀਜੀਬਲ ਨੇ ਜੀ। ਇਹ ਤਾਂ ਬਹੁਤ ਵਧੀਆ ਚਾਂਸ ਹੈ ਜੀ ਬੱਚਿਆਂ ਬਿਲਕੁਲ ਵਾਸਤੇ। ਬਿਲਕੁਲ ਜੀ, ਹਾਂ। ਤੇ ਜਿਹੜੇ ਬੱਚਿਆਂ ਦੀ ਮੈਰਿਜ ਹੋ ਗਈ ਹੈ, ਸਪਾਊਸ ਵੀਜ਼ੇ ਦੀ ਕੀ ਵਿਜ਼ਨ ਹੈ ਇੱਥੇ? ਹਾਂ, ਅਮਰੀਕਾ ਦੇ ਵਿੱਚ ਇਹ ਹਲੇ ਇੱਕ ਪ੍ਰੋਬਲਮ ਜ਼ਰੂਰ ਹੈਗੀ ਹੈ ਕਿ ਸਟੂਡੈਂਟ ਦੇ ਨਾਲ ਹਲੇ ਸਟੂਡੈਂਟ ਨੂੰ ਉਹਨਾਂ ਨੇ ਕੋਈ ਇੱਦਾਂ ਦੀ ਪ੍ਰੋਵੀਜ਼ਨ ਨਹੀਂ ਦਿੱਤੀ ਹੋਈ ਹੈ। ਉਹ ਹੋ ਸਕਦਾ ਲੌਂਗ ਟਰਮ ਤੱਕ, ਜਦੋਂ 1 ਸਾਲ ਤੋਂ ਬਾਅਦ ਉਹਨੂੰ ਵਰਕ ਵੀਜ਼ਾ ਮਿਲ ਜਾਂਦਾ, ਫਿਰ ਉਹ ਆਪਣੇ ਜਿਹੜਾ ਪਾਰਟਨਰ ਹੈਗਾ ਉਹਨੂੰ ਉਹ ਬੁਲਾ ਸਕਦਾ ਹੈਗਾ। ਇਸ ਤਰ੍ਹਾਂ ਦੀ ਹਲੇ ਉਸ ਪਾਲਿਸੀ ਦੇ ਵਿੱਚ ਕੋਈ ਇੱਦਾਂ ਦੀ ਕਲੀਅਰੈਂਸ ਨਹੀਂ ਹੈਗੀ ਹੈ। ਕਲੀਅਰੈਂਸ ਸਿਰਫ ਇਹੀ ਹੈ ਕਿ 1 ਸਾਲ ਦੀ ਸਟੱਡੀ, ਆਫਟਰ ਗ੍ਰੈਜੂਏਸ਼ਨ 3 ਸਾਲ ਦਾ ਵਰਕ ਪਰਮਿਟ, 3 ਸਾਲ ਦਾ ਸਟੇ ਵੈਕ ਉੱਥੇ ਨੂੰ ਮਿਲ ਜਾਏਗਾ ਜੀ। ਸਾਡੇ ਇੰਡੀਆ ਵਿੱਚ ਬਹੁਤ ਇੱਦਾਂ ਦੇ ਕੇਸਿਸ ਨੇ ਕਿ ਸਾਡੇ ਘਰ 'ਚ ਹੀ ਹੈ, ਮੇਰਾ ਬੇਟਾ ਜਿਹੜਾ ਉਹ ਬੀਟੈਕ ਹੈ ਤੇ ਜਿਹੜੀ ਨੂੰਹ ਹੈ ਉਹ ਵੀ ਬੀਟੈਕ ਹੈ, ਤੇ ਉਹ ਦੋਵੇਂ ਅਲੱਗ-ਅਲੱਗ ਅਪਲਾਈ ਕਰ ਸਕਦੇ ਜੀ? ਕਰ ਸਕਦੇ ਹੈਗੇ ਇਹ ਜੋ। ਹਾਂ, ਹੋਰ ਬਹੁਤ ਸਾਰੀਆਂ ਪ੍ਰੋਵੀਜ਼ਨ ਨੇ, ਪਰ ਇਹ ਲੌਂਗ ਇਮੀਗ੍ਰੇਸ਼ਨ ਪੋਲਿਸੀ ਨੂੰ ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ ਤੁਹਾਡੇ ਨਾਲ ਇਸ ਟਾਈਮ। ਮੈਂ ਐਜੂਕੇਸ਼ਨ ਬੇਸ ਤੇ ਹੀ ਗੱਲ ਕਰਾਂਗਾ। ਜੋ ਐਜੂਕੇਸ਼ਨ ਕਹਿੰਦੀ ਹੈ ਉਹਦੇ ਅਕੋਰਡਿੰਗਲੀ ਇਹ ਕੋਈ ਨਹੀਂ ਇਸ ਤਰ੍ਹਾਂ ਦਾ ਹੁੰਦਾ ਕਿ ਬੱਚਾ ਚਲਾ ਗਿਆ, ਉਹ ਵਰਕ ਪਰਮਿਟ ਦੇ ਚਲਾ ਗਿਆ, ਉਹ ਆਪਣੇ ਸਪਾਊਸ ਨੂੰ ਨਾ ਬੁਲਾ ਸਕੇ, ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। 3 ਸਾਲ ਦਾ ਜਿਹੜਾ ਆਪਣਾ ਜਿਹੜਾ ਵਰਕ ਪਰਮਿਟ ਮਿਲੇਗਾ ਜੀ? ਉਹਨੂੰ ਸਟੇ ਬੈਕ ਉਹਨਾਂ ਨੇ ਕਿਹਾ, ਇੰਡਲਜ ਇਨਟੂ ਦਾ ਇੰਡਸਟਰੀ, ਮਤਲਬ ਇੰਡਸਟਰੀ ਦੇ ਵਿੱਚ ਜਾ ਕੇ ਤਾਂ ਵਰਕ ਪਰਮਿਟ ਹੈਗਾ, ਵਰਕ ਪਰਮਿਟ। ਤੇ ਬੱਚਿਆਂ ਨੂੰ, ਬਹੁਤ ਬੱਚਿਆਂ ਦਾ ਦਿਮਾਗ ਹੁੰਦਾ ਕਿ ਉੱਥੇ ਜਾ ਕੇ PR ਨਹੀਂ ਹੋਣੀ ਜੀ, ਅਮਰੀਕਾ ਜਾ ਕੇ ਕਿੱਦਾਂ ਆਪਾਂ ਨੂੰ ਕਿੰਨਾ ਵਰਕ ਪਰਮਿਟ ਤੋਂ ਬਾਅਦ ਕਦੋਂ ਅਸੀਂ PR ਵਾਸਤੇ ਅਪਲਾਈ ਕਰ ਸਕਦੇ ਹਾਂ? ਇਹ ਕੀ ਪੋਜੀਸ਼ਨ ਆ ਉੱਥੇ ਜੀ? ਸਰ, ਜਿਹੜੀਆਂ ਇਹ ਸੁਣੀਆਂ ਸੁਣਾਈਆਂ ਗੱਲਾਂ ਨੇ, ਮੈਂ ਤੁਹਾਨੂੰ ਦੁਬਾਰਾ, ਇੱਕ ਬੰਦੇ ਨੇ 1 ਸਾਲ ਦੀ ਸਟੱਡੀ ਕਰ ਲਈ, 3 ਸਾਲ ਉਹ ਕੰਟਰੀ 'ਚ ਰਹਿ ਰਿਹਾ, ਉਹਨੂੰ 4 ਸਾਲ ਦਾ ਐਕਸਪੀਰੀਅੰਸ ਹੋ ਜਾਏਗਾ। ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਬੰਦਾ ਕੋਈ 4 ਸਾਲ ਕੰਮ ਕਰਦਾ ਰਹੇ ਤਾਂ ਉਹਨੂੰ ਬਾਹਰ ਕੱਢ ਦਿਓਗੇ? ਤੁਸੀਂ ਤਾਂ ਉਹਨੂੰ ਪ੍ਰਮੋਸ਼ਨ ਦਿਓਗੇ, ਉਹਨੂੰ ਇੰਡਸਟਰੀ ਵਾਲੇ ਹਾਇਰ ਕਰਨਗੇ। ਇਹ ਬਹੁਤ ਅੱਛਾ ਸਟੂਡੈਂਟ ਹੋ ਗਿਆ, ਬਹੁਤ ਅੱਛਾ ਕੈਂਡੀਡੇਟ ਹੈਗਾ ਸਾਡਾ। 3 ਸਾਲ 'ਚ ਉਹਨੇ ਸਿੱਖਿਆ ਹੀ ਹੈ ਕੁਛ ਨਾ ਕੁਛ, ਉਹ ਤਾਂ ਕਮਾ ਕੇ ਦਊਗਾ। ਅਸੀਂ ਇਸ ਇਮੀਗ੍ਰੇਸ਼ਨ ਇੰਡਸਟਰੀ ਕੰਮ ਕਰਦੇ ਹਾਂ, ਸਾਡੇ ਕੋਲ ਸਾਲ ਤੋਂ ਬਾਅਦ ਬੰਦੇ ਨੂੰ ਅਸੀਂ ਛੱਡਦੇ ਨਹੀਂ ਕਦੇ, ਅਤੇ ਇਸ ਕਰਕੇ ਕੌਣ ਛੱਡੂਗਾ? ਅਤੇ ਇਹ ਗੱਲ ਬਿਲਕੁਲ ਨਹੀਂ ਗੀ, ਕੋਈ ਇਹੋ ਜਿਹੀ ਸਮੱਸਿਆ ਨਹੀਂ। ਔਰ ਫਿਰ ਮੈਂ ਜਦੋਂ PR ਦੀ ਗੱਲ ਤੁਸੀਂ ਕਰਦੇ ਹੋ, ਮੈਨੂੰ ਤਾਂ ਬਹੁਤ ਮੁਲਕਾਂ 'ਚ ਘੁੰਮਣ ਦਾ ਮਿਲਿਆ, ਬਹੁਤ ਯੂਨੀਵਰਸਿਟੀਆਂ ਨਾਲ ਗੱਲ ਕਰਦੇ ਆ। ਇੱਕ ਯੁਗਾਂਡਾ ਕੰਟਰੀ ਹੈ, ਉੱਥੇ ਲੋਕ MSc ਐਗਰੀਕਲਚਰ ਕਰਨ ਜਾਂਦੇ ਨੇ, ਇਜ਼ਰਾਈਲ 'ਚ ਜਾਂਦੇ ਨੇ MSc ਐਗਰੀਕਲਚਰ, ਕਿ ਉਹ ਮੁੜ ਕੇ ਕਿਤੇ ਇੰਡੀਆ ਆ ਜਾਂਦੇ? ਉਹਨਾਂ ਨੂੰ ਤਾਂ ਇੰਨੀਆਂ ਕੁ ਲੈਂਡ ਓਪਰਚੁਨਿਟੀਜ਼ ਮਿਲਦੀਆਂ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਲੈਣ। ਇਸ ਤਰ੍ਹਾਂ ਦੇ ਇਹੋ ਜਿਹੇ ਇੰਡਸਟਰੀ ਦੇ ਲੋਕਾਂ ਨੂੰ ਕਦੇ ਕੋਈ ਛੱਡੇਗਾ ਨਹੀਂ। ਪਮਲਾ ਜੀ, ਜਿਹੜੀ ਪਾਲਿਸੀ ਆਈ ਹੈ, ਇਹ ਕਿਹੜਾ ਇਨਟੇਕ ਜਿਹੜਾ ਉਹਦੇ 'ਚ ਸ਼ੁਰੂ ਹੋਏਗੀ? ਇਹ 10 ਅਗਸਤ ਨੂੰ ਉਹਨਾਂ ਨੇ ਇਹਨੂੰ ਅਨਾਊਂਸ ਕਰ ਦਿੱਤਾ। ਪਾਲਿਸੀ ਇਮੀਡੀਏਟਲੀ ਸਟਾਰਟ ਹੋ ਗਈ ਹੈ। ਹੁਣ ਸਾਡੇ ਕੋਲ ਸੈਪਟੰਬਰ ਇਨਟੇਕ ਹੈ। ਸੈਪਟੰਬਰ ਇਨਟੇਕ ਦੇ ਵਿੱਚ ਤਾਂ ਸੀਟਸ ਨਹੀਂ ਅਵੇਲੇਬਲ, ਕਿਉਂਕਿ ਅਮਰੀਕਾ ਦੀ ਐਡਮਿਸ਼ਨ ਲੈਣ ਨੂੰ ਉਹ ਕਰਨ ਨੂੰ 2-3-4 ਮਹੀਨੇ ਲੱਗਦੇ ਨੇ। ਹੁਣ ਅਸੀਂ ਜਨਵਰੀ ਵਾਸਤੇ ਲਵਾਂਗੇ ਜਾਂ ਮਈ ਵਾਸਤੇ, ਤੇ ਨੈਕਸਟ ਸੈਪਟੰਬਰ ਵਾਸਤੇ ਐਪਲੀਕੇਸ਼ਨਸ ਲਵਾਂਗੇ ਅਸੀਂ। ਜਿਹੜੇ ਬੱਚੇ ਆ ਉਹਨਾਂ ਨੂੰ ਇਹਦੇ ਵਾਸਤੇ ਇੰਟਰਵਿਊ ਵੀ ਦੇਣੀ ਪਏਗੀ ਜੀ? ਬਿਲਕੁਲ ਜੀ, ਇੰਟਰਵਿਊ ਮਸਟ ਹੈਗੀ ਹੈ। 1 ਤੋਂ 1.5 ਮਿੰਟ ਜਾਂ 2 ਜਾਂ 3 ਮਿੰਟ ਦੀ ਇੰਟਰਵਿਊ ਹੈਗੀ ਹੈ। ਇੰਟਰਵਿਊ ਦੀ ਤਿਆਰੀ ਇੱਕ ਬਹੁਤ ਇੰਪੋਰਟੈਂਟ
ਰੋਲ ਪਲੇ ਕਰਦੀ ਹੈ। ਸਾਡੀ ਸੰਸਥਾ ਵੱਲੋਂ ਪ੍ਰੋਪਰ ਬੱਚੇ ਦੀ ਇੰਟਰਵਿਊ ਤਿਆਰੀ ਕੀਤੀ ਜਾਂਦੀ। ਪਹਿਲਾਂ ਤਾਂ ਸਕਰੂਟਨੀ, ਅਸੀਂ ਇਹ ਨਹੀਂ ਕਹਿੰਦੇ ਕਿ ਹਰ ਬੱਚੇ ਨੂੰ ਅਸੀਂ ਅਮਰੀਕਾ ਦਾ ਵੀਜ਼ਾ ਲੈ ਕੇ ਦੇ ਦਿਆਂਗੇ, ਇਹ ਗੱਲ ਤਾਂ ਪੋਸੀਬਲ ਨਹੀਂ ਹੈਗੀ ਆ। ਪਹਿਲਾਂ ਤਾਂ ਐਪਲੀਕੇਸ਼ਨ ਦੇਖਣੀ ਪਊ, ਉਹਦੀ ਫਾਈਨੈਂਸ਼ੀਅਲ ਬੈਕਗਰਾਊਂਡਸ ਦੇਖਣੀਆਂ ਪੈਣਗੀਆਂ, ਕਿੱਦਾਂ ਦੀਆਂ ਬੱਚੇ ਦੀਆਂ, ਬੱਚਾ ਕਿੱਦਾਂ ਦਾ ਪ੍ਰੈਜੈਂਟ ਕਰਦਾ ਵਾ ਉੱਥੇ ਜਾ ਕੇ, ਫਿਰ ਉਹਦੀ ਇੰਟਰਵਿਊ ਦੀ ਪ੍ਰੈਪਰੇਸ਼ਨ ਕੀਤੀ ਜਾਊਗੀ। ਬਹੁਤ ਬੱਚਿਆਂ ਦੇ ਦਿਮਾਗ 'ਚ ਇੰਟਰਵਿਊ ਇੱਕ ਹੋਊਗਾ ਹੈਗਾ। ਕਈ ਵਾਰੀ ਇਹ ਕੇਸ ਦੇਖਣ 'ਚ ਆਇਆ, ਤੁਸੀਂ ਆਪਣੀ ਗ੍ਰੈਜੂਏਸ਼ਨ ਕਦੋਂ ਕੰਪਲੀਟ ਕੀਤੀ ਹੈ, ਦੈਟਸ ਇਟ, ਇਹ ਇੰਟਰਵਿਊ ਹੋ ਜਾਂਦੀ ਹੈ। 10+2 ਕਿਹੜੇ ਸੰਨ 'ਚ ਪਾਸ ਆਊਟ ਕੀਤੀ ਹੋਈ ਹੈ, ਉਹ ਵੀਜ਼ਾ ਅਫਸਰ ਉਨੇ ਦੀ ਗੱਲ ਦੇ ਉੱਤੇ ਉਹਨੂੰ ਵੀਜ਼ਾ ਦੇ ਦਿੰਦਾ ਹੈ। ਇਹ ਕੋਈ ਵੱਡਾ ਹੋਊਗਾ ਨਹੀਂ। ਹਾਂ, ਇਹ ਜ਼ਰੂਰ ਹੈ ਵੀ ਜਿਹੜਾ ਨਵਾਂ ਬੱਚਾ ਆਉਂਦਾ ਉਹਨੂੰ ਲੱਗਦਾ ਕਿ ਇੰਟਰਵਿਊ ਬਹੁਤ ਵੱਡੀ ਗੱਲ ਹੈਗੀ ਹੈ, ਪਰ ਇੰਨਾ ਔਖਾ ਨਹੀਂ ਹੈ ਜਿੰਨਾ ਤੁਸੀਂ ਸੋਚਿਆ ਹੋਇਆ ਵੈ। ਦੂਸਰਾ, ਨਾਰਥ ਇੰਡੀਆ ਦੇ ਵਿੱਚ ਲੋਕਾਂ ਨੇ PR ਨੂੰ ਹੀ ਬਹੁਤ ਵੱਡੀ ਗੱਲ ਬਣਾਇਆ ਵੀ PR ਨਹੀਂ ਮਿਲਦੀ ਜੀ, ਉਹ ਨਹੀਂ ਮਿਲਦਾ। ਮੈਂ ਅੱਜ ਹੀ ਕਿਤੇ ਅਮਰੀਕਾ 'ਚ ਗੱਲ ਕਰ ਰਿਹਾ ਸੀ, ਸਾਊਥ ਇੰਡੀਆ ਦਾ ਇੰਨਾ ਕੁ ਬੱਚਾ ਉੱਥੇ ਜਾਂਦਾ, ਉਹਨਾਂ ਦੇ ਦਿਮਾਗ 'ਚ PR ਦੀ ਗੱਲ ਹੁੰਦੀ ਨਹੀਂ। ਹਾਲਾਂਕਿ PR ਉਹ ਸਾਤੋਂ ਵੀ ਵਧੀਆ ਹੁੰਦੇ ਨੇ, ਉਹਨਾਂ ਦੇ ਦਿਮਾਗ 'ਚ ਹੁੰਦੀ ਹੈ ਕਿ ਅਸੀਂ ਚੰਗੀ ਪੜ੍ਹਾਈ ਕਰਕੇ ਉੱਥੇ ਸੈਟਲ ਹੋਣਾ। ਮੈਂ ਸਾਊਥ ਦਾ ਬੱਚਾ ਬਹੁਤ ਜਾ ਰਿਹਾ। ਹੈਦਰਾਬਾਦ ਦੀ ਗੱਲ ਕਰ ਲਵਾਂ, ਮੈਂ ਗੁਜਰਾਤ ਦੀ ਗੱਲ ਕਰ ਲਵਾਂ, ਚੇਨਈ ਦੀ ਗੱਲ ਕਰਾਂ, ਕੋਲਕਾਤਾ ਦੀ ਗੱਲ ਕਰ ਲਵਾਂ, ਬਹੁਤ ਬੱਚਾ ਜਾਂਦਾ ਵਾ। ਸਾਡੇ ਨਾਲੋਂ ਮੈਂ ਪੰਜਾਬ 'ਚ ਇੱਕੋ ਗੱਲ ਲੈ ਕੇ ਆਉਣਾ ਚਾਹੁੰਦਾ ਵਾਂ, ਓਪਰਚੁਨਿਟੀ ਹੈਗੀ ਹੈ, ਤੁਹਾਨੂੰ ਅਮਰੀਕਾ ਦਾ ਵੀਜ਼ਾ ਮਿਲਣਾ ਬਹੁਤ ਸੌਖਾ ਹੈ। ਤੁਸੀਂ ਕਿਸੇ ਚੰਗੇ ਕੰਸਲਟੈਂਟ ਦੇ ਕੋਲ ਚਲੇ ਗਏ ਤੇ ਤੁਹਾਨੂੰ ਵੀਜ਼ਾ ਮਿਲਣ 'ਚ ਕੋਈ ਪ੍ਰੋਬਲਮ ਨਹੀਂ ਹੋਏਗੀ ਜੀ। ਤੇ ਹੁਣ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ BN ਓਵਰਸੀਜ਼ ਨੂੰ ਅੱਜ 27 ਸਾਲ ਹੋ ਚੁੱਕੇ ਨੇ ਜੀ, ਜਿਹੜੇ ਕਈ ਹਜ਼ਾਰਾਂ ਬੱਚਿਆਂ ਨੂੰ ਤੁਸੀਂ ਸਟੱਡੀ ਬੇਸ ਦੇ ਉੱਤੇ ਬਾਹਰ ਭੇਜ ਚੁੱਕੇ ਹੋ। ਤੇ ਤੁਸੀਂ ਇਹ ਦੱਸੋ ਕਿ BN ਓਵਰਸੀਜ਼ ਹੋਰ ਬਾਕੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨਾਲੋਂ ਵਧੀਆ ਕਿੱਦਾਂ ਜੀ? ਜਦੋਂ ਤੁਹਾਨੂੰ 25-30 ਸਾਲ ਇਹ ਕੰਮ ਕਰਦੇ ਹੋ ਜਾਣ, ਤੁਹਾਨੂੰ ਤਜਰਬਾ ਹੋ ਜਾਂਦਾ ਹੈ। ਤਜਰਬਾ ਤਾਂ ਇੰਨਾ ਕੁ ਹੋ ਜਾਂਦਾ, ਜਦੋਂ ਬੱਚਾ ਟੈਲੀਫੋਨ 'ਤੇ ਕਾਲ ਕਰਦਾ ਤਾਂ ਉਹਦੀ ਪਹਿਲੀ ਹੈਲੋ ਤੋਂ ਪਤਾ ਲੱਗ ਜਾਂਦਾ ਉਹਦੀ ਪਰਸਨੈਲਿਟੀ ਕੀ ਹੈਗੀ ਹੈ। ਫਿਰ ਜਦੋਂ ਤੁਹਾਡੇ ਕੋਲ ਡਾਕੂਮੈਂਟ ਆ ਜਾਂਦੇ, ਬੱਚਾ ਸਾਹਮਣੇ ਆ ਜਾਂਦਾ, ਉਹਨੂੰ ਲੱਗ ਜਾਂਦਾ ਤੁਹਾਡੇ ਅੰਦਰੋਂ, ਇਹ ਹਰੇਕ ਪ੍ਰੋਫੈਸ਼ਨ 'ਚ ਹੈ, ਮੈਂ ਇਕੱਲੀ ਇਮੀਗ੍ਰੇਸ਼ਨ ਇੰਡਸਟਰੀ ਦੀ ਗੱਲ ਨਹੀਂ ਕਰਦਾ, ਤੁਹਾਡੇ ਅੰਦਰੋਂ ਵੀ ਇੱਕ ਆਵਾਜ਼ ਆਉਂਦੀ ਵੀ ਇਹ ਬੱਚਾ ਵੀਜ਼ਾ ਹੋਣ ਵਾਲਾ ਹੈ। ਕਈ ਵਾਰੀ ਦੇਖਿਆ ਮੈਂ, ਔਰ ਉਹੀ ਕੇਸ ਹੁੰਦਾ ਵਾ। ਲੋਕ ਤਾਂ ਆ ਕੇ ਮੈਨੂੰ ਕਹਿੰਦੇ ਜੀ ਤੁਸੀਂ ਕਹਿ ਦਿਓ ਵੀਜ਼ਾ ਲੱਗ ਜਾਊਗਾ ਅਤੇ ਵੀਜ਼ਾ ਲੱਗ ਜਾਂਦਾ। ਇਹ ਜੀ ਗੱਲ ਨਹੀਂ ਹੈ। ਇਹ ਜ਼ਰੂਰ ਹੈ ਵੀ ਇੱਕ ਤਜਰਬਾ ਜ਼ਰੂਰ ਹੋ ਜਾਂਦਾ। ਮੈਂ ਅੱਗੇ ਵੀ ਕਈ ਵਾਰੀ ਗੱਲ ਕਰਦਾ ਹੁੰਦਾ ਵਾਂ ਵੀ ਜਦੋਂ ਤੁਸੀਂ ਕਿਸੇ ਤਜਰਬੇਕਾਰ ਕੋਲ ਜਾਓਗੇ ਤਾਂ ਉਹ ਬਹੁਤ ਜਲਦੀ ਤੁਹਾਡੀ ਸਮੱਸਿਆ ਹੱਲ ਕਰ ਦਿਆਂਗਾ। ਮੈਂ ਤੁਹਾਨੂੰ ਇੱਕ ਪਰਸਨਲ ਆਪਣੀ ਗੱਲ ਸ਼ੇਅਰ ਕਰਨ ਲੱਗਿਆ। ਮੇਰੇ ਕੰਨ 'ਚ ਕੁਛ ਪ੍ਰੋਬਲਮ ਹੋ ਗਈ। ਮੇਰੇ ਇੱਕ ਡਾਕਟਰ ENT ਵਾਲੇ ਬੜੇ ਪੁਰਾਣੇ ਨੇ, ਉਹ ਬਾਹਰ ਗਏ ਹੋਏ ਸੀਗੇ। ਉਹਨਾਂ ਨੇ ਆਪਣੀ ਜਗ੍ਹਾ 'ਤੇ ਕੋਈ ਨਵੇਂ ਡਾਕਟਰ ਨੂੰ ਲਾਇਆ ਹੋਇਆ ਸੀ। 20 ਦਿਨ ਤੱਕ ਉਹ ਮੈਨੂੰ ਦਵਾਈ ਵੀ ਦਿੰਦੇ ਰਹੇ, ਮੇਰੀ ਉਹਦੀ ਇਨਫੈਕਸ਼ਨ ਜੋ ਸੀ ਉਹਨੂੰ ਵੀ ਠੀਕ ਕਰਦੇ ਰਹੇ। ਮੈਂ ਥੱਕ ਗਿਆ ਅਤੇ ਇੱਕ ਦਿਨ ਮੈਂ ਫੈਸਲਾ ਕੀਤਾ ਵੀ ਉਹ ਡਾਕਟਰ ਨੇ ਨਹੀਂ ਆਉਣਾ, ਮੈਂ ਕਿਸੇ ਪੁਰਾਣੇ ਡਾਕਟਰ ਕੋਲ ਜਾਊਂਗਾ। ਤਾਂ ਇਨ ਦਾ ਮੀਨ ਟਾਈਮ ਮੈਨੂੰ ਇਨਫੋਰਮੇਸ਼ਨ ਮਿਲ ਗਈ ਵੀ ਉਹ ਡਾਕਟਰ ਸਾਹਿਬ ਆ ਗਏ ਨੇ। ਤੁਸੀਂ ਯਕੀਨ ਮੰਨਣਾ ਜੀ, ਉਹ ਡਾਕਟਰ ਸਾਹਿਬ ਕੋਲ ਗਿਆ, ਉਹੀ ਪ੍ਰੋਸੈਸ ਜਿਹੜੇ ਉਹਨੇ ਨਵੇਂ ਡਾਕਟਰ ਨੇ ਕੀਤਾ ਸੀ ਉਹੀ ਉਹਨਾਂ ਨੇ ਕੀਤਾ। ਅੱਜ ਤੱਕ ਮੁੜ ਕੇ ਮੈਨੂੰ ਦੁਬਾਰਾ ਜਾਣ ਦੀ ਲੋੜ ਨਹੀਂ ਪਈ। ਅਦਰਵਾਈਜ਼ ਮੈਨੂੰ ਹਰ ਹਫ਼ਤੇ ਉੱਥੇ ਜਾਣਾ ਪੈਂਦਾ ਸੀ। ਇਹਦਾ ਮਤਲਬ ਕੀ ਹੋਇਆ, ਤੁਹਾਡੇ ਹੱਥ 'ਚ ਵੀ ਕੋਈ ਜਸ਼ ਆ ਜਾਂਦਾ ਹੈਗਾ। ਤੁਸੀਂ ਕੰਮ ਕਰਦੇ ਕਰਦੇ, ਔਰ ਕੰਮ ਦੇ ਪ੍ਰਤੀ ਜੇ ਤੁਸੀਂ ਸਿੰਸੀਅਰਟੀ ਦਿਖਾਉਂਦੇ ਹੋ, ਫਿਰ ਤੁਹਾਡੇ ਕੇਸ ਵੀ ਸਹੀ ਹੋਣੇ ਸ਼ੁਰੂ ਹੋ ਜਾਂਦੇ ਨੇ। ਤੁਸੀਂ ਮਕਾਨ ਬਣਾਉਣਾ, ਮੈਂ ਕਿਸੇ ਚੰਗੇ ਮਿਸਤਰੀ ਨੂੰ ਪਕੜ ਲਓ। ਤੁਸੀਂ ਅਕਾਊਂਟਸ ਦਾ ਕੰਮ ਕਰਾਉਣਾ, ਮੈਂ ਕਿਸੇ ਚੰਗੇ CA ਨੂੰ ਪਕੜ ਲਓ, ਕਿਸੇ ਅਕਾਊਂਟੈਂਟ ਨੂੰ ਪਕੜ ਲਓ। ਅਤੇ ਤੁਸੀਂ ਕੋਈ ਸਰਜਰੀ ਕਰਾਉਣੀ ਹੈ, ਚੰਗੇ ਸਰਜਨ ਨੂੰ ਫੜ ਲਓ। ਜੇ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੈਗਾ, ਚੰਗੇ ਡਾਕਟਰ ਨੂੰ ਫੜ ਲਓ। ਜੇ ਤੁਸੀਂ ਬਾਹਰ ਜਾਣ ਦਾ ਸੁਪਨਾ, ਤਾਂ ਕਿਸੇ ਐਕਸਪੀਰੀਅੰਸ ਪ੍ਰੋਫੈਸ਼ਨਲ ਕੰਸਲਟੈਂਟ ਨੂੰ ਫੜ ਲਓ ਅਤੇ ਤੁਹਾਡੀ ਮੰਜ਼ਿਲ ਸਹੀ ਹੋ ਜਾਊਗੀ। ਤੁਹਾਨੂੰ ਬਾਰ-ਬਾਰ ਵੀਜ਼ਾ ਰਿਫਿਊਜ਼ਲ ਦੀਆਂ ਧੱਕੇ ਨਹੀਂ ਖਾਣੇ ਪੈਣਗੇ। ਬਾਰ-ਬਾਰ ਤੁਸੀਂ ਅਤੇ ਤੁਹਾਡਾ ਪਰਿਵਾਰ ਪਰੇਸ਼ਾਨ ਨਹੀਂ ਹੋਊਗਾ। ਇਹ ਮੇਰਾ ਆਪਣਾ ਤਜਰਬਾ ਹੈ। ਬਿਲਕੁਲ ਸਹੀ ਗੱਲ ਹੈ ਜੀ। ਅਤੇ ਜਿੱਦਾਂ ਹੁਣ ਕਈ ਵਾਰੀ ਨਾ ਹਕੀਮ ਜਿਹੜੇ ਹੁੰਦੇ ਨੇ, ਉਹਨਾਂ ਦੇ ਬਾਹਰ ਲਿਖਿਆ ਹੁੰਦਾ 200 ਸਾਲ ਦਾ ਤਜਰਬਾ। ਜੀ, ਆਪਾਂ ਹੈਰਾਨ 200 ਸਾਲ ਦਾ ਤਜਰਬਾ ਕਿੱਦਾਂ ਹੋ ਗਿਆ? ਜੀ, ਉਹ ਕਹਿੰਦੇ ਸਾਡੇ ਦਾਦਾ, ਮੇਰੇ ਪਿਤਾ ਜੀ, ਉਹ ਸਾਰੇ ਕਰਦੇ ਸੀ, ਉਹਨਾਂ ਦਾ ਤਜਰਬਾ ਮੇਰੇ ਕੋਲ ਹੈਗਾ, ਉਹ 200 ਸਾਲ ਦਾ ਤਜਰਬਾ। ਬਿਲਕੁਲ ਕੋਈ ਸ਼ੱਕ ਨਹੀਂ। ਹਾਂ, ਉਹ ਜਿਹੜਾ ਤਜਰਬਾ ਚੱਲਦਾ ਆਉਂਦਾ। ਅਤੇ ਇੱਦਾਂ ਹੀ ਤੁਹਾਡਾ ਜਿਹੜਾ 27 ਸਾਲ ਦਾ ਤਜਰਬਾ, ਕਾਫੀ ਤਜਰਬਾ ਜੀ ਇਸ ਲਾਈਨ ਦੇ ਵਿੱਚ। ਅਤੇ ਹੁਣ ਜੀ ਇਹ ਦੱਸੋ ਕਿ ਜਿਹੜੇ ਬੱਚੇ ਕੈਨੇਡਾ ਤੋਂ ਰਿਫਿਊਜ਼ ਹੋ ਚੁੱਕੇ ਨੇ, ਉਹ ਟਰਾਈ ਕਰ ਸਕਦੇ ਨੇ ਇੱਥੇ? ਰਿਫਿਊਜ਼ ਹੋਣ ਦਾ ਮਤਲਬ ਦੁਨੀਆ ਖਤਮ ਨਹੀਂ ਹੋਈ। ਪਹਿਲੀ ਗੱਲ, ਮੇਰੀ ਧਿਆਨ ਨਾਲ ਇਹ ਗੱਲ ਸੁਣ ਲਿਓ, ਸਾਰਿਆਂ ਦਰਸ਼ਕਾਂ ਨੂੰ ਮੈਂ ਗੱਲ ਕਹਿਣੀ ਚਾਹੁੰਦਾ, ਰਿਫਿਊਜ਼ ਹੋਣ ਦਾ ਮਤਲਬ ਦੁਨੀਆ ਖਤਮ ਨਹੀਂ ਹੋਈ। ਤੁਹਾਡੇ ਕੋਲੇ ਬਹੁਤ ਅੱਛੀਆਂ ਆਪਸ਼ਨਸ ਨੇ ਅਮਰੀਕਾ ਵਾਸਤੇ। ਕਿਤੋਂ ਵੀ ਰਿਫਿਊਜ਼ ਹੋ ਗਿਆ, ਦੈਨ ਯੂ ਕੈਨ ਅਪਲਾਈ। ਜਿਹੜੇ ਵੀ ਕੰਟਰੀ ਦਾ ਵੀਜ਼ਾ ਅਫਸਰ ਰਿਫਿਊਜ਼ ਕਰਦਾ, ਉਹ ਲਿਖਦਾ ਇਫ ਯੂਅਰ ਸਰਕਮਸਟੈਂਸਸ ਚੇਂਜ ਯੂ ਕੈਨ ਰੀ ਅਪਲਾਈ। ਤੁਸੀਂ ਦੁਨੀਆ ਭਰ ਦਾ ਕਿਤੇ ਦਾ ਵੀ ਰਿਫਿਊਜ਼ ਹੋਇਆ ਵੀਜ਼ਾ
ਮਤਲਬ ਮੈਂ ਕੋਈ ਮਾਣ ਨਹੀਂ ਕਰਦਾ, ਲਿਆਓ ਤੇ ਅਸੀਂ ਉਹਨੂੰ ਸਹੀ ਤਰੀਕੇ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਨਹੀਂ ਹੈ ਤੇ ਆਪਾਂ ਸੁਣਿਆ ਜੀ BN ਓਵਰਸੀਜ਼ ਦਾ ਜਿਹੜਾ ਐਕਸਪੀਰੀਅੰਸ ਹੈ, ਤੁਸੀਂ ਬਹੁਤ ਬੱਚਿਆਂ ਦਾ ਜਿਹੜਾ ਰਿਫਿਊਜ਼ਲ ਕੇਸਿਸ ਨੇ ਉਹਨਾਂ ਤੁਸੀਂ ਬੱਚਿਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਇਆ, ਉਹਨਾਂ ਨੂੰ ਤੁਸੀਂ ਵੀਜ਼ੇ ਲੈ ਕੇ ਦਿੱਤੇ ਨੇ। ਇਹਦੇ ਆਪਾਂ ਨੂੰ ਕਿੰਨੇ ਸਾਲ ਹੋ ਗਏ ਤੁਹਾਡੇ ਨਾਲ ਜੁੜਿਆਂ ਨੂੰ, ਤੇ ਅਸੀਂ ਦੇਖਦੇ ਆ ਰਹੇ ਹਾਂ ਜੀ ਕਿ ਤੁਹਾਡਾ ਇੱਕ ਇਸ ਇੰਡਸਟਰੀ ਦੇ ਵਿੱਚ ਨਾਮ ਹੈ, ਇਮਾਨਦਾਰੀ ਦਾ ਤੁਹਾਡਾ ਇੱਕ ਨਾਮ ਹੈ। ਤੇ ਦੋਸਤੋ ਸਾਡੀ ਗੱਲਬਾਤ ਚੱਲ ਰਹੀ ਹੈ BN ਓਵਰਸੀਜ਼ ਦੇ CEO ਸ਼੍ਰੀ ਕਮਲ ਕੁਮਾਰ ਭੁਮਲਾ ਜੀ ਨਾਲ। ਤੇ ਜੇ ਇਹਨਾਂ ਨਾਲ ਤੁਸੀਂ ਰਾਬਤਾ ਕਾਇਮ ਕਰਨਾ ਹੈ ਤੇ ਇਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ 92 16 340 340। ਤੇ ਭੁਮਲਾ ਜੀ ਇਹ ਦੱਸੋ ਕਿ ਜਿਹੜਾ ਤੁਸੀਂ BN ਓਵਰਸੀਜ਼ ਹੈ, ਵੈਸੇ ਤਾਂ ਸਾਨੂੰ ਪਤਾ ਪੰਜਾਬ 'ਚ ਪੂਰੇ ਫੈਲਿਆ ਹੋਇਆ, ਪਰ ਕੋਈ ਦਰਸ਼ਕਾਂ ਨੂੰ ਵੀ ਦੱਸੋ ਕਿ ਕਿੱਥੇ ਕਿੱਥੇ ਆਪਣੀਆਂ ਬ੍ਰਾਂਚਿਸ ਹੈ, ਜਿੱਥੇ ਦਰਸ਼ਕ ਉੱਥੇ ਜਾ ਕੇ ਮਸ਼ਵਰਾ ਲੈ ਸਕਣ, ਸਲਾਹ ਲੈ ਸਕਣ। ਜੀ, BN ਓਵਰਸੀਜ਼ ਦਾ ਹੈੱਡ ਆਫਿਸ ਜਿਹੜਾ ਉਹ ਜਲੰਧਰ 'ਚ ਹੈ ਜੀ, ਅਤੇ ਇਹਦੇ ਨਾਲ 2 ਆਫਿਸ ਅਸੀਂ ਲੁਧਿਆਣਾ ਓਪਰੇਟ ਕਰ ਲਿਆ, ਇੱਕ ਨਵਾਂ ਸ਼ਹਿਰ ਦੇ ਵਿੱਚ ਹੈ, ਇੱਕ ਅਹਿਮਦਗੜ੍ਹ ਦੇ ਵਿੱਚ ਹੈ, ਇੱਕ ਕੈਨੇਡਾ ਦੇ ਵਿੱਚ ਆਫਿਸ ਬਰੈਂਪਟਨ ਦੇ ਵਿੱਚ ਹੈਗਾ, ਉੱਥੋਂ ਵੀ ਅਸੀਂ ਓਪਰੇਟ ਕਰ ਰਹੇ ਹਾਂ। ਇਹ 5-6 ਬ੍ਰਾਂਚਾਂ ਤੋਂ ਅਸੀਂ ਓਪਰੇਟ ਕਰ ਰਹੇ ਹਾਂ ਔਰ ਬੜੇ ਲੰਬੇ ਸਮੇਂ ਤੋਂ ਓਪਰੇਟ ਕਰਦੇ ਆ ਰਹੇ ਹਾਂ, ਔਰ ਕੋਸ਼ਿਸ਼ ਕਰੀ ਦੀ ਕਿ ਹਰੇਕ ਬ੍ਰਾਂਚ ਤੋਂ ਉਹੀ ਸਰਵਿਸ ਦਿੱਤੀਆਂ ਜਾਣੀਆਂ ਜਿਹੜੀਆਂ ਹੈੱਡ ਆਫਿਸ ਹੋ ਜਾਂਦੀਆਂ ਜੀ। ਅੱਛਾ ਜੀ। ਅਤੇ ਜਿਹੜੀ ਇਹ ਹੁਣ ਐਜੂਕੇਸ਼ਨ ਜਿਹੜੀ ਪਾਲਿਸੀ ਨਵੀਂ ਆਈ ਹੈ ਅਮਰੀਕਾ ਦੀ, ਇਹਦਾ ਵੀਜ਼ਾ ਲੈਣ ਵਾਸਤੇ ਕਿੰਨੀ ਕੁ ਫੀਸ ਹੈ, ਜਾਂ ਫੀਸ ਤੁਸੀਂ ਕਿੱਦਾਂ ਲੈ ਰਹੇ ਹੋ? ਜਿੱਦਾਂ ਕਿ ਅੱਜ ਕੱਲ੍ਹ ਇੱਕ ਸਾਰੇ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਕਹਿੰਦੇ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਤੁਸੀਂ ਇਹ ਸਰਵਿਸ ਦੇ ਰਹੇ ਹੋ ਜੀ? ਇਹ ਓਵਰਆਲ ਸਰਵਿਸ ਹੈ, ਇਹਦੇ 'ਚ ਕੋਈ ਸਪੈਸ਼ਲਟੀ ਨਹੀਂ ਹੈਗੀ ਹੈ। ਅਮਰੀਕਨ ਪਾਲਿਸੀ ਕਹਿੰਦੀ ਹੈ ਜਦੋਂ ਤੁਹਾਡਾ ਵੀਜ਼ਾ ਅਪਰੂਵ ਹੋ ਗਿਆ ਉਸ ਤੋਂ ਬਾਅਦ ਫੀਸ ਤੁਸੀਂ ਜਮ੍ਹਾਂ ਕਰਾ ਸਕਦੇ ਹੋ। ਇਹ ਜ਼ਰੂਰ ਹੈ ਵੀ ਵੀਜ਼ਾ ਲਗਵਾ ਕੇ ਇੰਡੀਆ ਤੋਂ ਟਰੈਵਲ ਕਰਨ ਤੋਂ ਪਹਿਲਾਂ ਤੁਹਾਨੂੰ ਫੀਸ ਟ੍ਰਾਂਸਫਰ ਕਰਨੀ ਚਾਹੀਦੀ ਹੈ ਯੂਨੀਵਰਸਿਟੀ ਦੇ ਵਿੱਚ। ਇਹ ਕੋਈ ਨਵੀਂ ਸਰਵਿਸ ਨਹੀਂ ਕਿ ਯੂਨੀਵਰਸਿਟੀਆਂ ਦੀ ਪਾਲਿਸੀ ਹੈ, ਅਮਰੀਕਾ ਦੀ ਇਹ ਪਾਲਿਸੀ ਹੈ। ਜਿਸ ਤਰ੍ਹਾਂ ਕੈਨੇਡਾ ਦੀ ਪਾਲਿਸੀ ਹੈ ਵੀ 1 ਸਾਲ ਦੀ ਫੀਸ ਵੀ ਦੇਣੀ ਚਾਹੀਦੀ, 1 ਸਾਲ ਦਾ ਰਹਿਣ ਦਾ ਖਰਚਾ ਵੀ ਦੇਣਾ ਚਾਹੀਦਾ। ਹਾਂ, ਇਹਦੇ 'ਚ ਇਹ ਹੈ ਕਿ ਫੰਡ ਜ਼ਰੂਰ ਮੰਗਦੇ ਨੇ, ਜ਼ਿਆਦਾ ਪੁਰਾਣੇ ਫੰਡ ਵੀ ਨਾ ਹੋਣ। ਫੰਡ ਕਿੰਨੇ ਚਾਹੀਦੇ ਨੇ? 1 ਸਾਲ ਦੀ ਤੁਹਾਡੀ ਫੀਸ, 1 ਸਾਲ ਦਾ ਰਹਿਣ ਦਾ ਖਰਚਾ, ਪਲੱਸ ਤੁਹਾਡੇ ਟਰੈਵਲਿੰਗ ਐਕਸਪੈਂਸਿਸ। ਉਹਦੇ ਅਕੋਰਡਿੰਗਲੀ ਤੁਹਾਨੂੰ ਉਹ ਜਦੋਂ ਫਾਈਨੈਂਸ਼ੀਅਲ ਸਟੇਟਮੈਂਟ ਤੁਹਾਡੀ ਆ ਜਾਂਦੀ ਹੈ, ਤੁਹਾਡਾ ਐਫੀਡੇਵਿਟ ਆ ਜਾਂਦਾ, ਫਿਰ ਤੁਹਾਨੂੰ I-20 ਇਸ਼ੂ ਕੀਤਾ ਜਾਂਦਾ ਅਮਰੀਕਾ ਦੀ ਯੂਨੀਵਰਸਿਟੀ ਵੱਲੋਂ, ਜਿਹੜਾ ਇੱਕ ਗਵਰਨਮੈਂਟ ਡਾਕੂਮੈਂਟ ਹੈਗਾ ਵਾ। ਅਤੇ ਫੀਸ ਜਿਹੜੀ ਹੈ ਵੀਜ਼ਾ ਲੱਗਣ ਤੋਂ ਬਾਅਦ ਹੁੰਦੀ ਹੈ। ਹਾਂ, ਦੂਸਰਾ ਇੱਕ ਹੈ, ਇਹ ਗੱਲ ਮੈਂ ਹੋਰ ਕਰ ਲਵਾਂ, ਕਈ ਵਾਰੀ ਤੁਸੀਂ ਇੱਕ ਯੂਨੀਵਰਸਿਟੀ ਨੂੰ ਅਪਲਾਈ ਕਰਦੇ ਹੋ, ਵੀਜ਼ਾ ਅਫਸਰ ਇਹ ਸੋਚਦਾ ਕਿ ਕੀ ਇਹ ਬੱਚਾ ਰੀਅਲ ਸਟੂਡੈਂਟ ਹੈਗਾ, ਇਹਨੇ ਸਰਚ ਕੀਤੀ ਆ, ਕਿੰਨੀਆਂ ਯੂਨੀਵਰਸਿਟੀਆਂ ਨੇ ਸਰਚ ਕੀਤੀਆਂ, ਕਿੰਨੇ ਪ੍ਰੋਗਰਾਮ ਇਹਨੇ ਅਪਲਾਈ ਕੀਤੇ ਨੇ, ਕਿੰਨੀਆਂ ਯੂਨੀਵਰਸਿਟੀਆਂ ਨੇ ਇਹਨੂੰ ਅਸੈਪਟ ਕਰਕੇ I-20 ਦਿੱਤਾ ਵਾ। ਫਿਰ ਉਹਨੂੰ ਲੱਗਦਾ ਕਿ ਇਹ ਕੁਛ ਟਿਪਸ ਤੁਹਾਨੂੰ ਮੈਂ ਦੇਣਾ ਚਾਹੁੰਦਾ, ਇਹ ਇਸ ਤਰ੍ਹਾਂ ਦੀ ਗੱਲ ਹੈਗੀ ਹੈ। ਉਹ ਕਈ ਵਾਰੀ ਤੁਸੀਂ ਇੱਕੋ ਹੀ I-20 ਲੈ ਕੇ ਉਹ ਵੀ ਵੀਜ਼ਾ ਰਿਫਿਊਜ਼ ਕਰਵਾ ਕੇ ਆ ਜਾਂਦੇ ਨੇ। ਕਈ ਗੱਲਾਂ ਦੇਖਣੀਆਂ ਪੈਣਗੀਆਂ। ਵੀਜ਼ਾ ਅਫਸਰ ਨੂੰ ਚਾਹੀਦਾ ਹੈ ਕਿ ਜੈਨੂਅਨ ਸਟੂਡੈਂਟ ਉੱਥੇ ਜਾ ਕੇ ਇੰਟਰ ਕਰੇ। ਮੈਂ ਇੱਕ ਵਾਰ ਕਾਫੀ ਦੇਰ ਪਹਿਲਾਂ 15-20 ਸਾਲ ਪਹਿਲਾਂ ਕਿਸੇ ਕੈਨੇਡਾ ਦੇ ਵੀਜ਼ਾ ਅਫਸਰ ਨੂੰ ਮਿਲਿਆ ਸੀ, ਉਹਨੂੰ ਮੈਂ ਪੁੱਛਿਆ ਵੀ ਤੂੰ ਵੀਜ਼ਾ ਰਿਫਿਊਜ਼ ਕਿਉਂ ਕਰਦਾ? ਤਾਂ ਉਹਦਾ ਆਨਸਰ ਸੀਗਾ ਕਿ ਸਾਡੇ ਕੰਟਰੀ 'ਚ ਇੱਕ ਬੱਚਾ ਇਲੀਗਲ ਆਉਂਦਾ ਤਾਂ ਸਾਨੂੰ $15,000 ਪਰ ਈਅਰ ਉਹਨੂੰ ਪੇ ਕਰਨਾ ਪੈਂਦਾ। ਮੈਨੂੰ ਉਹਨੇ ਪੁੱਛਿਆ ਜੇ ਤੁਸੀਂ ਵੀਜ਼ਾ ਅਫਸਰ ਹੋਗੇ ਇਹੋ ਜਿਹੇ ਸਟੂਡੈਂਟ ਨੂੰ ਵੀਜ਼ਾ ਦਿਓਗੇ? ਮੈਂ ਕਿਹਾ ਨਹੀਂ ਦੇਵਾਂਗਾ। ਇਹ ਸਾਰੀਆਂ ਜਿੰਨੀਆਂ ਵੀ ਕੰਟਰੀ ਹੈ, ਜਿੰਨੇ ਹਾਈ ਕਮਿਸ਼ਨ ਨੇ, ਜਿੰਨੀਆਂ ਐਮਬੈਸੀਜ਼ ਹੈਗੀਆਂ, ਉਹਨਾਂ ਸਭ ਦੀ ਪਾਲਿਸੀ ਇਹੀ ਹੈ, ਦੇ ਆਰ ਲੁਕਿੰਗ ਫਾਰ ਜੈਨੂਅਨ ਸਟੂਡੈਂਟ ਜਿਹੜੇ ਪੜ੍ਹ ਸਕਣ ਉੱਥੇ ਜਾ ਕੇ, ਉਹ ਆਪਣੇ ਪੈਸੇ ਦੀ ਕੀਮਤ ਪਾ ਸਕਣ ਔਰ ਉੱਥੇ ਜਾ ਕੇ ਕੁਝ ਕਰ ਸਕਣ। ਜਿੱਦਾਂ ਹੁਣ ਕੈਨੇਡਾ ਦੇ ਵਿੱਚ GIC ਦੇਣੀ ਪੈਂਦੀ ਹੈ, ਇੱਥੇ ਵੀ ਇਦਾਂ ਦਾ ਸਿਸਟਮ ਕੀ? ਨਹੀਂ, ਇਹਦੇ ਵਿੱਚ ਕੋਈ ਇਹੋ ਜਿਹੀ ਪਾਲਿਸੀ ਨਹੀਂ ਹੈਗੀ ਅੱਜ ਤੱਕ ਦੀ, ਜਿਹੜੀ ਮੈਂ ਗੱਲ ਕਰ ਰਿਹਾ ਅੱਜ ਤੱਕ ਦੀ ਪਾਲਿਸੀ ਵਿੱਚ ਇਹੋ ਜਿਹਾ ਕੁਝ ਨਹੀਂ ਹੈਗਾ ਕਿ ਤੁਹਾਨੂੰ ਪੈਸੇ ਇਨਵੈਸਟ ਕਰਨੇ ਪੈਂਦੇ, ਉੱਦਾਂ ਦਾ ਕੁਝ ਨਹੀਂਗਾ। ਇਹ ਜ਼ਰੂਰ ਹੈ ਕਿ ਵੀਜ਼ਾ ਅਫਸਰ ਜਾਂ ਯੂਨੀਵਰਸਿਟੀ ਇਹ ਦੇਖੇਗੀ ਫਾਈਨੈਂਸ਼ੀਅਲ ਸਾਊਂਡ ਬੱਚਾ ਜਿਹੜਾ ਸਾਡੀ ਕੰਟਰੀ 'ਚ ਆ ਰਿਹਾ, ਇਹ ਨਾ ਹੋਵੇ ਉੱਥੇ ਜਾ ਕੇ ਉਹ ਇਲੀਗਲ ਹੋ ਗਏ, ਪੋਲੀਟੀਕਲ ਅਸਾਈਲਮ ਪਾ ਦੇਵੇ। ਇਹ ਗੱਲਾਂ ਤੋਂ ਬਚਣ ਵਾਸਤੇ ਵੀਜ਼ਾ ਅਫਸਰ ਉੱਥੇ ਬੈਠੇ ਆ ਤੁਹਾਡੇ। ਬਿਲਕੁਲ। ਤੇ ਆਇਲਸ ਜਿਹੜਾ ਉਹਦੇ ਕਿੰਨੇ ਕੁ ਬੈਂਡ ਚਾਹੀਦੇ ਜੀ? ਓਵਰਆਲ 6.5 ਨਾਟ ਲੈਸ ਦੈਨ 6 ਦੀ ਰਿਕੁਆਇਰਮੈਂਟ ਹੈਗੀ ਹੈ। ਕਈ ਵਾਰੀ ਕੁਛ ਇੰਸਟੀਚਿਊਟ ਜਾਂ ਯੂਨੀਵਰਸਿਟੀਆਂ ਬੇਵਰ ਦੇ ਦਿੰਦੇ ਨੇ, ਪਰ ਮੈਂ ਤੁਹਾਨੂੰ ਇਹ ਸਲਾਹ ਦੇਵਾਂਗਾ ਤੁਸੀਂ ਆਇਲਸ ਜਾਂ ਟੋਫਲ ਜ਼ਰੂਰ ਲਿਖ ਕੇ ਜਾਓ। ਉਹਦੇ ਨਾਲ ਤੁਹਾਡਾ ਆਪਣਾ ਕੌਨਫੀਡੈਂਟ ਲੈਵਲ ਬੜਾ ਵੱਧ ਜਾਊਗਾ। ਵੀਜ਼ਾ ਅਫਸਰ ਨੂੰ ਦੇਖਣ, ਤੁਹਾਡੇ ਡਾਕੂਮੈਂਟ ਦੇਖਣ ਤੋਂ ਪਹਿਲਾਂ ਲੱਗ ਜਾਊਗਾ ਯਾਰ ਇਹਦੇ ਕੋਲੇ ਸਰਟੀਫਾਈਡ ਲੈਂਗੁਏਜ ਸਰਟੀਫਾਈਡ ਸਰਟੀਫਿਕੇਟ ਹੈਗਾ ਵਾ, ਇਹਨੇ ਉਹ ਟੈਸਟ ਪਾਸ ਕੀਤਾ ਹੋਇਆ, ਇਹ ਰਿਕੁਆਇਰਮੈਂਟ ਯੂਨੀਵਰਸਿਟੀ ਦੀ ਪੂਰੀ ਕਰਦਾ ਹੈਗਾ। ਜਿਵੇਂ ਵਿਦਾਊਟ ਆਇਲਸ ਦੀ ਗੱਲ ਸਕਦੇ, ਆਪਸ਼ਨਸ ਬਹੁਤ ਘੱਟ ਜਾਂਦੀਆਂ, ਕਈ ਵਾਰੀ ਪ੍ਰਾਈਵੇਟ ਕਾਲਜ ਵਾਲੀ ਬੱਚਾ ਲੈ ਕੇ ਜਾਣਾ ਪੈਂਦਾ ਵਾ। ਅਤੇ ਮੇਰੀ ਸਲਾਹ ਇਹ ਹੈ ਵੀ ਤੁਸੀਂ ਇੰਗਲਿਸ਼ ਦਾ ਐਗਜ਼ਾਮ ਪਾਸ ਕਰਕੇ ਹੀ ਆਪਣਾ ਪ੍ਰੋਸੈਸ ਸਟਾਰਟ ਕਰੋ। ਜੀ ਤੁਸੀਂ ਸਾਡੇ ਸਟੂਡੀਓ ਆਏ, ਬਹੁਤ ਵਧੀਆ ਜਿਹੜੀ ਨੌਲੇਜ, ਜਿਹੜੀ ਸਾਨੂੰ ਇਨਫੋਰਮੇਸ਼ਨ ਜਿਹੜੀ ਦਿੱਤੀ ਹੈ ਜੀ, ਤੁਹਾਡਾ ਬਹੁਤ ਬਹੁਤ ਥੈਂਕਸ ਜੀ। ਅਤੇ ਨੈਕਸਟ ਐਪੀਸੋਡ 'ਚ ਆਪਾਂ ਹੋਰ ਟੌਪਿਕ 'ਤੇ ਗੱਲਬਾਤ ਕਰਾਂਗੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਸਰ। ਸਾਰੇ ਦਰਸ਼ਕਾਂ ਦਾ ਧੰਨਵਾਦ। ਥੈਂਕ ਯੂ ਵੈਰੀ ਮਚ।